ਯਾਨੀ ਇਹਨਾਂ ਪਲੇਅਰਾਂ ਦੇ ਨਾਲ ਜਿੱਥੇ ਜਿੱਥੇ ਵੀ ਰਿਹਾ ਉਹਨੇ ਕਦੀ ਆਪਣੀ ਜੇਬ ਨੂੰ ਨਹੀਂ ਬੰਦ ਕੀਤਾ। ਇੰਡੀਆ ਨਾ ਖੇਡੂੰਗਾ, ਇੰਡੀਆ ਹਰਾਊਂਗਾ ਨਾ ਜਾਂ ਇੰਡੀਆ ਕੋ ਨਿਕਲੂੰਗਾ, ਉਦਣ ਮੈਂ ਤੈਨੂੰ ਮੰਨਣਾ ਪਲੇਅਰ। ਕੋਲ ਤੁਸਾਂ ਕੋਲ ਜਿਹੜਾ ਹੈ ਬਾਈ ਇੱਕ ਮਰਲਾ ਵੀ ਨਹੀਂ ਸੀ ਹੈ ਤੇ ਹੁਣ ਪਹਿਲੀਆਂ ਇਹ ਕਬੱਡੀ ਚ ਲਈਆਂ ਨੇ ਜਾਂ ਦੁਬਈ ਤੋਂ ਲੈ ਕੇ ਆਏ ਹੋ? ਅਸੀਂ ਇੰਡੀਆ ਜਲੰਧਰ ਤੋਂ ਆ ਤੇ ਪਿੱਛੇ ਕੋਈ ਪੈਸੇ ਤੋਂ ਰਿਹਾ ਸੀ, ਕੋਈ ਮੇਰੀ ਪੈਸੇ ਦੀ ਵਜ੍ਹਾ ਤੋਂ ਕੋਈ ਰਹਿ ਨਾ ਜਾਵੇ, ਕਿਸੇ ਦੇ ਸੱਟ ਵੀ ਲੱਗ ਜੇ। ਮੈਂ ਆਇਆ ਇਸ ਕਰਕੇ ਆ ਪਾਕਿਸਤਾਨ ਜਾ ਕੇ ਬਿਨੀਆਮੀਨ ਨੂੰ ਆਪਣੇ ਭਾਈ ਛੋਟੇ ਨੂੰ ਮੈਂ ਖਿਡਾਉਣਾ ਵਾ। ਤੇ ਉਹ ਜਦੋਂ ਮੈਂ ਕਮਰੇ 'ਚੋਂ ਬਾਹਰ ਚੱਲ ਜਾਂਦਾ ਸੀ ਤੇ ਉਹ ਕਾਫੀ ਮੁੰਡੇ ਫਿਰ ਨਾ ਮੈਨੂੰ ਹੁਣ ਵੀ ਦੱਸਦੇ ਆ ਕਿ ਲੋਕ ਕਹਿੰਦੇ ਸੀ ਕਿ ਇਹ ਐਵੇਂ ਛੱਡਦਾ ਰਹਿੰਦਾ, ਮਾਰਦਾ ਰਹਿੰਦਾ। ਤੇ ਪਿੱਛੇ ਕਿੰਨੇ ਪਏ ਸੀ, 11 ਟੂਰਨਾਮੈਂਟ ਪਏ ਸੀ, ਉਹਨੇ 11 ਹੀ ਖੇਡੇ ਟੁੱਟੇ ਗੋਡੇ ਨਾਲ ਹੀ। ਤੇ ਬਹਾਦਰ ਬੰਦੇ ਦੇ ਕੰਮ ਆ ਕਬੱਡੀ, ਬੋਝਦਲ ਬੰਦੇ ਦਾ ਤੇ ਕੰਮ ਹੀ ਨਹੀਂ। ਬੋਝਦਲ ਨੂੰ ਤੇ ਮਾੜੀ ਜੀ ਸੱਟ ਲੱਗ ਜੇ, ਨਹੁੰ ਹੀ ਦੁਖਦਾ ਹੋਵੇ, ਉਹ ਘਰੋਂ ਉੱਠ ਕੇ ਨਹੀਂ ਆਉਂਦਾ ਟ੍ਰੇਨਿੰਗ ਕਰਨ ਕਿ ਮੇਰਾ ਨਹੁੰ ਦੁਖਣ ਡਿਆ ਅੱਜ। ਰੁਲ ਤੇ ਗਏ ਆ ਪਰ ਚੱਸ ਬੜੀ ਆਈ ਤੇ ਮੈਂ ਬੈਠਾ ਰੋਈ ਜਾਂਦਾ ਸੀ ਇਕੱਲਾ ਹੀ। ਉਹਦਾ ਗਲਤ ਫਾਇਦਾ ਉਠਾਇਆ ਵਿੱਚੋਂ ਕਈਆਂ ਨੇ ਨਾ। ਕੋਈ ਮੈਚ ਖੇਡਣ ਡੇ ਆ, ਮੈਂ ਕਿਹੜਾ ਇਹਨਾਂ ਕੋਲ ਕੋਈ ਰੁਪਈਆ ਲੈਣਾ। ਅਗਰ ਬਿਨੀਆਮੀਨ ਨੂੰ ਕਿਸੇ ਨੇ ਸਟਾਪ ਕਰਦਾ ਸੀ ਨਾ ਕੋਈ, ਤੇ ਮੈਂ ਉਹਨੂੰ ਸ਼ਾਬਾਸ਼ ਵੀ ਦਿੰਦਾ ਸੀ ਤੇ ਪੈਸੇ ਵੀ ਦਿੰਦਾ ਸੀ ਕਿ ਇਹਦੇ ਦਿਲ 'ਚ ਗੱਲ ਨਾ ਆ ਜੇ ਜਾਫੀ ਦੇ, ਇਹ ਇੱਥੇ ਖੜਾ ਤੇ ਜਲਣ ਡਿਆ ਹੋਊ, ਸੜਨ ਡਿਆ ਹੋਊ। ਸੱਪਾਂ ਵਾਲੇ ਦੇ ਬਾਰੇ ਕਿ ਯਾਰ ਨਾ ਖੇਡ, ਤੂੰ ਟ੍ਰੇਨਿੰਗ ਦੇ ਵਿੱਚ ਛੋਟਾ ਵਾ, ਸੱਟ ਲੱਗ ਜੂਗੀ। ਅੱਜ ਉਹਨੂੰ ਫੜਨ ਵਾਸਤੇ ਸਾਰੇ ਜਾਫੀ ਜ਼ੋਰ ਮਾਰਦੇ ਹੋ, ਫੜਿਆ ਨਹੀਂ ਜਾਂਦਾ। ਲੇਕਿਨ ਇਹ ਤੋਂ ਪਹਿਲੋਂ ਮੈਂ ਤਾਂ ਨਹੀਂ ਸੀ ਕਿਤੇ ਵੇਖਿਆ ਕਿਸੇ ਨੇ ਪਾਇਆ ਹੋਵੇ ਟਾਇਰ, ਜਾਂ ਤੁਸੀਂ ਵੇਖਿਆ ਹੋਵੇ ਕਿਸੇ ਨੇ ਪਾਇਆ ਹੋਵੇ। ਉਸ ਤੋਂ ਇਲਾਵਾ ਵੀ ਜਿਹੜੀ ਉਹ ਤੁਸੀਂ ਉਹਦੇ ਕੋਲੋਂ ਐਕਸਰਸਾਈਜ਼ ਕਰਾਉਂਦੇ ਹੋ, ਉਹ ਤਾਂ ਸ਼ਾਦਰ ਨਾਦਰ ਹੀ ਕਰੇ ਕਬੱਡੀ ਦੇ ਮੈਦਾਨਾਂ ਦੇ ਪੈਰਾ ਕਮਾਂਡੋ ਇੰਡੀਆ ਵਿੱਚ ਕਰਦੇ ਹਨ ਤੇ ਇੱਥੇ ਆਪਣਾ SSG ਕਰਦਾ। ਤੇ ਯਾਨੀ ਕਾਫੀ ਲੋਕ, ਕੱਲਾ ਹੀਰੋ ਨਹੀਂ ਬਣਦਾ, ਕਿ ਬਹੁਤ ਲੋਕਾਂ ਦੇ ਨਾਲ ਮਿਲ ਕੇ ਹੀਰੋ ਬਣਦਾ। ਸਟਾਰ ਜਿਹੜਾ ਹੁੰਦਾ ਨਾ, ਇਹਨੂੰ ਤੁਸੀਂ ਸ਼ੁਰੂ ਤੋਂ ਹੀ ਇੱਜ਼ਤ ਦਿਓਗੇ ਨਾ ਸਟਾਰ ਵਾਲੀ, ਤੇ ਉਹ ਸਟਾਰ ਬਣੇਗਾ। ਉਹਦੇ ਫੀਲਿੰਗ ਦੇ ਵਿੱਚ ਹਰ ਵਕਤ ਸਟਾਰ ਰਵੇ ਦਿਮਾਗ 'ਚ ਛੋਟੇ ਹੁੰਦੇ ਤੋਂ ਹੀ ਕਿ ਤੂੰ ਇੱਕ ਸਟਾਰ ਆ। ਤੇ ਮੈਂ ਉਹਨੂੰ ਕਹਿਣ ਡਿਆ ਕਿ ਮੈਨੂੰ ਉਹ ਰਸਤਾ ਜਿਹ 'ਚ ਹੀਰੋ ਬਣਨ ਵਾਸਤੇ ਤਕਲੀਫ ਨਹੀਂ ਝੱਲਣੀ ਪੈਂਦੀ ਤੇ ਹੀਰੋ ਬੰਦਾ ਬਣ ਜੇ, ਮੈਂ ਵੀ ਉਹ ਅਪਣਾ ਲਾਂ। ਉਹਨਾਂ 4 ਬੰਦਿਆਂ ਨੂੰ ਵੱਧ ਅਕਲ ਹੋਊਗੀ ਤੇ ਉਹ ਹੱਥ ਲਾ ਕੇ ਆਊ ਉਹਨਾਂ ਨੂੰ کہ انہوں جدوں سٹاپ ہوندا نا پھر یعنی کبڈی صحیح پھر کھیڈدا۔ السلام علیکم ناظرین، میں ہوں عادل جٹ۔ اس وقت میں جڑاوالا کے ایک چھوٹے سے گاؤں جس کا نام 102 چک بڈھا ہے وہاں پر موجود ہوں۔ شاید کوئی بس یا کوئی گاڑی یہاں پر نہیں آتی، لیکن یہاں سے پاکستان کے ستارے تیار ہو کر پاکستان کا فخر بنتے ہیں۔ جی ہاں ناظرین، اس وقت میں ملک بنیامین کے گاؤں میں موجود ہوں۔ اکثر آپ نے دیکھا ہوگا کہ لوگ کنگ ہوتے ہیں، لیکن جو کنگ میکر ہوتے ہیں، آج ایک کنگ میکر سے آپ کی ملاقات کروانے لگا ہوں۔ 5 لاکھ سے زیادہ تنخواہ میں دبئی میں کام کرتے تھے، صرف کبڈی کے پیار میں، پاکستان کے پیار میں کام چھوڑ کر ادھر آ گئے اور یہاں پر آ کر بچوں کو کبڈی سکھانے لگے۔ آئے ان سے جانتے ہیں کہ ایک کبڈی کے پلیئر کو تیار کرنے کے لیے کتنی محنت، کتنا پیسہ اور کتنا وقت درکار ہے، اور جب اتنے چھوٹے سے گراؤنڈ سے نکل کر ایک بچہ پاکستان کا جب نام روشن کرتا ہے تو سینہ کتنا چوڑا ہو جاتا ہے۔ السلام علیکم۔ وعلیکم السلام۔ پہلی تو بات ہے سلام میرا سب چاہنے والوں کو، جتنے ہمیں چاہتے ہیں لوگ، پیار کرتے ہیں۔ اگر یہ نہیں پیار کرتے تو ہم یہاں تک نہیں پہنچتے۔ بہت دل کی عطا گرائیوں سے میں سلام پیش کرتا ہوں اپنے چاہنے والوں کو۔ تو دوسری بات یہ پلیئر کو تیار کرنے والی آپ نے پوچھی ہے، یہ ایک تو بات جو ہے نا کنفرم ہے کہ وقت اور ٹائم، پیسہ، یہ اکٹھا اگر کسی کے پاس آ جائے، اس کو یوز کرنے کا طریقہ ہو تو وہ آدمی کوئی بھی فیلڈ ہو آگے چلا جاتا ہے۔ وقت اور پیسہ، اگر کسی کے پاس پیسہ ہوتا ہے وقت نہیں ہوتا، اگر وقت ہوتا ہے تو پیسہ نہیں ہوتا ہے۔ تو میں وقت بھی دیا ان کو تو پیسہ بھی تھا الحمدللہ، وہ پھر لگایا ان کے اوپر، ان کو یعنی خوراک اچھی دی، ان کو وقت دیا، 3 ٹائم ٹریننگ کروائی، تو الحمدللہ 4 سال میں امپروو کر دیا بنیامین نے۔ ماشاءاللہ۔ اپنے جڑے سکھ بھرا نا پنجابی دے، وہ اکثر کہندے کہ تساں اردو چ ویڈیو پا دیندے ہو کبڈی دی تے اساں محروم رہ جاندے ہاں سمجھن تو، تے آپاں پنجابی تھوڑی جی گل کرانگے کہ ملک بنیامین تسی تیار کیتا۔ پہلے اس تو میں اے پوچھنا چاہنا، تسی خود بہت اچھے کبڈی دے پلیئر سی، پاکستان کلر بھی ہو سکدے سی، تے کیوں وجہ بنی، کیوں چھڑ دیتی؟ جی پنجابی چ گل کردے ہاں، پہلی تے تانوں اپنا انٹروڈکشن اسی کرواਉਂਦੇ ਆ کہ ਅਸੀਂ ਇੰਡੀਆ ਜਲੰਧਰ ਤੋਂ ਆ ਤੇ ਨੂਰਮਹਿਲ ਸਿਟੀ ਸਾਡਾ ਜਿਹੜਾ ਇੰਡੀਆ ਦੇ ਵਿੱਚ ਸ਼ਹਿਰ ਆ, ਛੋਟਾ ਜਿਹਾ ਨੂਰਮਹਿਲ ਸਿਟੀ, ਹੁਣ ਤੇ ਬੜਾ ਵੱਡਾ ਹੋਣਾ, ਉੱਥੇ ਦੇ ਹੀ ਰਹਿਣ ਵਾਲੇ ਆ। ਅਸੀਂ ਪਾਕਿਸਤਾਨ ਬਣਨ ਤੋਂ ਪਹਿਲੇ ਹੀ ਇਸ ਪਿੰਡ 'ਚ ਆ ਗਏ ਸੀ। ਇਸ ਪਿੰਡ ਬਣੇ ਨੂੰ 106 ਸਾਲ ਹੋ ਗਏ ਸਾਡੇ ਪਿੰਡ ਬਣੇ ਨੂੰ, ਪਾਕਿਸਤਾਨ ਤੋਂ ਪਹਿਲੇ ਬਣ ਗਿਆ ਸੀ। ਤੇ ਬਾਕੀ ਜਿਹੜਾ ਮੇਰੀ ਗੱਲ ਆ, ਉਹ ਮੇਰੀ ਸ਼ਾਦੀ ਹੋ ਗਈ ਸੀ 2001 ਦੇ ਵਿੱਚ, ਤੇ ਸ਼ਾਦੀ ਤੋਂ ਬਾਅਦ ਹੀ ਮੈਂ ਸ਼ੁਰੂ ਕੀਤੀ ਖੇਡਣੀ। ਸਹੀ ਪਹਿਲੋਂ ਵੀ ਖੇਡਦੇ ਸੀ, ਲੇਕਿਨ ਖੇਡਦੇ ਰਹੇ ਇੱਦਾਂ ਹੀ, ਤੇ ਮੇਰੇ ਇੰਜਰਡ ਹੋ ਗਿਆ ਸੀ ਮੈਂ, ਮੇਰਾ ਗੋਡਾ ਨਿਕਲ ਗਿਆ ਸੀ। ਫਖਰਾਬਾਦ ਆ ਲਾਠੀਆਂ ਵਾਲਾ ਜ਼ਬੈਰ ਬਲੋਚ ਹੋਇਆ ਮੁੰਡਾ, ਇੱਕ ਕਤਲ ਹੋ ਗਿਆ ਉੱਥੋਂ ਦਾ, ਉਹਦੇ ਪਿੰਡ ਦੀ ਗੱਲ ਹੈ। ਜ਼ਬੈਰ ਬਲੋਚ ਵੀ ਆਪਣਾ ਬੜਾ ਪਿਆਰਾ ਬੱਚਾ ਸੀ, ਦੋਸਤ ਸੀ, ਤੇ ਉੱਥੇ ਮੇਰਾ ਗੋਡਾ ਫ੍ਰੈਕਚਰ ਹੋ ਜਾਂਦਾ। ਉਹਦੀ ਵਜ੍ਹਾ ਨਾਲ ਫਿਰ
ਬੱਚੇ ਸੀ ਪਿੱਛੇ 3 ਬੱਚੇ ਹੋ ਗਏ ਸੀ ਖੇਡਦਿਆਂ ਮੇਰੇ। ਤੇ ਫਿਰ ਹਾਲਾਤ ਇਦਾਂ ਦੇ ਸੀ ਉਦੋਂ ਕਿ ਨਹੀਂ ਸੀ ਮਸਲਨ ਇਹਨੂੰ ਸੈੱਟ ਕਰ ਸਕਦੇ। ਤੇ ਉਹ ਫਿਰ ਮੈਂ ਇਦਾਂ ਹੀ ਆਪਣਾ ਬਾਹਰ ਨਿਕਲ ਗਿਆ, ਦੁਬਈ ਆਪਣਾ ਚਲਾ ਗਿਆ। ਉੱਥੇ ਜਾ ਕੇ ਫਿਰ ਇਹੀ ਸੋਚ ਲੈ ਕੇ ਗਿਆ ਸੀ ਇੱਥੋਂ ਕਿ ਪੈਸਾ ਜਿਸ ਵਜ੍ਹਾ ਤੋਂ ਮੈਂ ਰਿਹਾ ਨਾ, ਤੇ ਪਿੱਛੇ ਕੋਈ ਪੈਸੇ ਤੋਂ ਰਿਹਾ ਸੀ, ਕੋਈ ਮੇਰੀ ਪੈਸੇ ਦੀ ਵਜ੍ਹਾ ਤੋਂ ਕੋਈ ਰਹਿ ਨਾ ਜਾਵੇ, ਕਿਸੇ ਦੇ ਸੱਟ ਵੀ ਲੱਗ ਜੇ। ਤੇ ਇੰਨਾ ਕੁ ਪੈਸਾ ਕਮਾ ਲਓ ਕਿ ਇੰਨਾ ਕੁ ਪਿੱਛੇ ਸੇਵ ਹੋਣਾ ਚਾਹੀਦਾ ਬੰਦੇ ਕੋ ਕਿ ਬੰਦੇ ਨੂੰ ਸੱਟ ਲੱਗ ਜੇ, ਚਲੋ ਬੰਦਾ ਉਹਨੂੰ ਆਪਰੇਸ਼ਨ ਕਰਾ ਸਕਦਾ, ਉਹਨੂੰ ਰੈਸਟ ਦਵਾ ਕੇ, ਜਾਂ ਜਿੱਦਾਂ ਵੀ ਸਾਲ ਤੇ ਇੱਕ ਲੱਗਦਾ ਹੀ ਆ, ਫਿਰ ਸੱਟ ਲੱਗ ਜਾਂਦੀ ਜਦੋਂ ਉਹਨੂੰ ਉਹਦੀ ਡਾਈਟ ਵੀ ਦੇਣੀ, ਉੱਤੇ ਖਰਚਾ ਕੋਈ ਸਾਲ ਦੇ ਵਿੱਚ ਤਕਰੀਬਨ ਕੋਈ 10-15 ਲੱਖ ਤੇ ਖਰਚਾ ਆ ਹੀ ਜਾਂਦਾ ਨਾ। ਫਿਰ ਉਹਦੇ ਉੱਤੇ ਉਹਨੂੰ ਸੈੱਟ ਕਰਦੇ ਆ, ਕੁਛ ਵੀ ਨਹੀਂ, ਇੰਨਾ 15-20 ਲੱਖ ਆ ਜਾਂਦਾ ਖਰਚਾ ਹੁਣ ਦੇ ਦੌਰ ਦਾ। ਤੇ ਫਿਰ ਇਸ ਕਰਕੇ ਮੈਂ ਯਾਨੀ ਇਹ ਜ਼ਿਹਨ 'ਚ ਲੈ ਕੇ ਗਿਆ ਸੀ ਦੁਬਈ। ਮੇਰੇ ਦੋਸਤ ਆ ਕਾਫੀ, ਤੁਸੀਂ ਜੇਲਮ ਦੇ ਆ, ਉੱਥੇ ਦੇ ਵੀ ਦੀਨੇ ਦੇ ਆ, ਸੈਦਾਂਪੁਰ ਦੇ ਆ, ਆਪਣਾ ਦੂਸਰਾ ਕਾਫੀ ਉੱਥੇ ਦੇ ਵੀ ਦੋਸਤ ਆ ਮੇਰੇ ਜਿਹੜੇ ਮੇਰੇ ਨਾਲ ਸੀ। ਉਹਨਾਂ ਨੂੰ ਵੀ ਪਤਾ, ਮੈਂ ਉੱਥੇ ਦੱਸ ਕੇ ਆਇਆ ਸੀ ਕਿ ਮੈਂ ਪਾਕਿਸਤਾਨ ਜਾਣਾ ਵਾਂ, ਮੈਂ ਆਇਆ ਇਸ ਕਰਕੇ ਆ ਪਾਕਿਸਤਾਨ ਜਾ ਕੇ ਬਿਨਿਆਮੀਨ ਨੂੰ, ਆਪਣੇ ਭਾਈ ਛੋਟੇ ਨੂੰ ਮੈਂ ਖਿਡਾਉਣਾ ਵਾ। ਉਹਨਾਂ ਨੂੰ ਵੀ ਪਤਾ, ਦੁਬਈ ਵਾਲੇ ਵੀ ਦੋਸਤ ਜਿੰਨੇ, ਉਹਨਾਂ ਨੂੰ ਪਤਾ ਇਸ ਗੱਲ ਦਾ। ਤੇ ਉਹ ਜਦੋਂ ਮੈਂ ਕਮਰੇ 'ਚੋਂ ਬਾਹਰ ਚੱਲ ਜਾਂਦਾ ਸੀ ਤੇ ਉਹ ਕਾਫੀ ਮੁੰਡੇ ਫਿਰ ਨਾ ਮੈਨੂੰ ਹੁਣ ਵੀ ਦੱਸਦੇ ਆ ਕਿ ਲੋਕ ਕਹਿੰਦੇ ਸੀ ਕਿ ਇਹ ਐਵੇਂ ਛੱਡਦਾ ਰਹਿੰਦਾ, ਮਾਰਦਾ ਰਹਿੰਦਾ, ਵੀ ਇਹਨੇ ਕੀ ਕਰਨਾ, ਇੱਥੇ ਬੜੇ ਆਏ ਆ। ਉਹ ਇਦਾਂ ਹੀ ਗੱਲਾਂ ਕਰਦੇ ਜਿਹੜੇ ਬਾਹਰ ਆਏ ਆ। ਤੇ ਲੇਕਿਨ ਫਿਰ ਉਹ ਜਦੋਂ ਫਿਰ ਇਹ ਬਣਿਆ ਪਲੇਅਰ, ਤੇ ਉਹ ਸਾਰੇ ਆਏ ਮਿਲਣ ਵਾਸਤੇ ਇੱਥੇ, ਜਿੰਨੇ ਦੁਬਈ ਦੇ ਦੋਸਤ ਸੀ। ਤੇ ਉਹਨਾਂ ਨੇ ਕਿਹਾ ਵਾਕਿਆ ਯਾਰ ਤੂੰ ਜਿਹੜੀ ਗੱਲ ਕੀਤੀ ਸੀ ਉਹ ਪੂਰੀ ਕੀਤੀ। ਇੱਕ ਬੱਚੇ ਦੇ ਅੰਦਰ ਤੁਸੀਂ ਕੀ ਵੇਖਦੇ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਪਾਕਿਸਤਾਨ ਲੈਵਲ ਤੇ ਜਾ ਕੇ ਖੇਡ ਸਕਦਾ? ਪਹਿਲੀ ਗੱਲ ਇਹ ਬਹਾਦਰ ਹੋਣਾ ਚਾਹੀਦਾ। ਦਲੇਰੀ ਜਿਹੜੀ ਹੈ ਨਾ, ਇਹ ਬਹੁਤ ਮਾਇਨੇ ਰੱਖਦੀ ਆ। ਬੰਦਾ ਵੇਖੋ ਤੁਸੀਂ ਟੁੱਟਿਆ ਭੱਜਿਆ ਵੀ ਹੋਵੇ ਨਾ, ਬਹਾਦਰ ਹੋਵੇ ਨਾ, ਤੇ ਉਹ ਖੇਡ ਜਾਂਦਾ। ਜੇ ਅਗਰ ਹੁਣ ਕੈਨੇਡਾ ਦਾ ਤੁਸੀਂ ਸੀਜ਼ਨ ਲਾ ਲਓ, ਬਿਨਿਆਮੀਨ ਦਾ ਗੋਡਾ ਫ੍ਰੈਕਚਰ ਹੋ ਗਿਆ ਸੀ ਉੱਥੇ ਹੀ, ਤੇ ਚੌਥੇ 5ਵੇਂ ਟੂਰਨਾਮੈਂਟ ਤੇ 6ਵੇਂ ਤੇ ਪਿੱਛੇ ਕਿੰਨੇ ਪਏ ਸੀ, 11 ਟੂਰਨਾਮੈਂਟ ਪਏ ਸੀ, ਉਹਨੇ 11 ਹੀ ਖੇਡੇ ਟੁੱਟੇ ਗੋਡੇ ਨਾਲ ਹੀ। ਤੇ ਬਹਾਦਰ ਬੰਦੇ ਦੇ ਕੰਮ ਆ ਕਬੱਡੀ, ਬੋਝਦਲ ਬੰਦੇ ਦਾ ਤੇ ਕੰਮ ਹੀ ਨਹੀਂ। ਬੋਝਦਲ ਨੂੰ ਤੇ ਮਾੜੀ ਜੀ ਸੱਟ ਲੱਗ ਜੇ, ਨਹੁੰ ਹੀ ਦੁਖਦਾ ਹੋਵੇ, ਉਹ ਘਰੋਂ ਉੱਠ ਕੇ ਨਹੀਂ ਆਉਂਦਾ ਟ੍ਰੇਨਿੰਗ ਕਰਨ ਕਿ ਮੇਰਾ ਨਹੁੰ ਦੁਖਣ ਡਿਆ ਅੱਜ। ਲੇਕਿਨ ਜਿਸ ਟਾਈਮ ਭਾਈ ਤੁਹਾਡਾ ਮੈਦਾਨ ਦੇ ਅੰਦਰ ਲੈਂਦਾ ਹੈ, ਪਿੰਡ ਦਾ ਨਾਂ ਬੋਲਿਆ ਜਾਂਦਾ ਹੈ, ਕੌਮ ਦਾ ਨਾਂ ਬੋਲਿਆ ਜਾਂਦਾ ਹੈ, ਭਾਈ ਦਾ ਨਾਂ ਬੋਲਿਆ ਜਾਂਦਾ ਹੈ, ਕਿਤਨੀ ਸਾਰੀ ਖੁਸ਼ੀ ਮਹਿਸੂਸ ਹੁੰਦੀ ਹੈ? ਬਹੁਤ ਇੰਨੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਮਸਲਨ ਖੁਸ਼ੀ ਨਾਲ ਰੋਣ ਆ ਜਾਂਦਾ। ਇੰਨੀ ਖੁਸ਼ੀ ਮਹਿਸੂਸ ਹੁੰਦੀ ਕਿ ਅਸੀਂ ਇਸ ਕਾਬਲ ਤੇ ਨਹੀਂ ਸੀਗੇ, ਤੇ ਉਹ ਸੋਹਣੇ ਰੱਬ ਨੇ, ਅੱਲਾਹ ਪਾਕ ਨੇ ਇੱਥੋਂ ਤੱਕ ਸਾਨੂੰ ਲੈ ਕੇ ਗਿਆ। ਤੇ ਉਹ ਫਿਰ ਖੁਸ਼ੀ ਨਾਲ ਨਾ ਆਂਸੂ ਆ ਜਾਂਦੇ। ਆਪਣੀ ਸਾਰੀ ਰਿਆਜ਼ਤ, ਦੁਬਈ ਦਾ ਸਫ਼ਰ, ਪੈਸਾ ਕਮਾ ਕੇ ਆਣਾ, ਕਬੱਡੀ ਸੈਕਰੀਫਾਈਸ ਕਰਕੇ ਜਾਣਾ, ਦੁਬਾਰਾ ਕਬੱਡੀ ਸ਼ੁਰੂ ਕਰਨਾ, ਪੂਰਾ ਹੋ ਜਾਂਦਾ ਜਿਹੜਾ ਭਾਈ ਸਾਵੀ ਸ਼ਰਟ ਪਾ ਕੇ ਦੂਸਰੇ ਮਮਾਲਿਕ ਦੇ ਖਿਲਾਫ ਜਿਹੜਾ ਪਿੰਡ ਵਿੱਚ ਲੈਂਦਾ? ਇਹ ਜਿੱਦਣ ਵਰਲਡ ਕੱਪ ਇਹਨੇ ਵਿਨ ਕੀਤਾ ਨਾ, ਉਦਣ ਹੀ ਹੋ ਗਿਆ ਸੀ। ਵਰਲਡ ਕੱਪ ਜਿੱਤ ਕੇ ਹਟੇ ਆ ਨਾ, ਤੇ ਉੱਥੇ ਬਰਾਰੋ ਲੱਕ ਦਾ ਗਾਣਾ ਲੱਗਾ ਸੀ, ਰੁਲ ਤੇ ਗਏ ਆ ਪਰ ਚੱਸ ਬੜੀ ਆਈ। ਤੇ ਮੈਂ ਬੈਠਾ ਰੋਈ ਜਾਂਦਾ ਸੀ ਇਕੱਲਾ ਹੀ, ਖੁਸ਼ੀ ਨਾਲ ਹੀ ਨਾ। ਤੇ ਲੋਕ ਬਥੇਰੇ ਮੈਨੂੰ ਹੌਸਲਾ ਦਿੰਦੇ ਸੀ, ਪਤਾ ਨਹੀਂ ਕੀ ਗੱਲ ਆ, ਲੇਕਿਨ ਆਪਣਾ ਚੇਤਾ ਹੁੰਦਾ ਸੀ। ਉਹ ਗਾਣਾ ਐਂ ਲੱਗਦਾ ਜਿੱਦਾਂ ਮੇਰੇ ਲਈ ਗਾਉਣ ਡਿਆ, ਰੁਲ ਤੇ ਗਏ ਆ ਪਰ ਚੱਸ ਬੜੀ ਆਈ। ਔਰ ਆਪਣੇ ਕੋਲ ਹੁਣ ਜਿਹੜੇ ਆ ਬੱਚੇ ਪਿੱਛੇ ਟ੍ਰੇਨਿੰਗ ਕਰ ਰਹੇ ਨੇ, ਹੋਰ ਵੀ ਬੱਚੇ ਤੁਸਾਂ ਕੋਲ ਇੱਥੇ ਟ੍ਰੇਨਿੰਗ ਲੈਣ ਆਉਂਦੇ, ਇਹ ਕਿਆ ਇਸੇ ਚੱਕ ਦੇਣ ਜਾਂ ਇਹ ਜਣਾ ਵਾਲੇ ਦਿਨ ਫੈਸਲਾਬਾਦ ਦੇਣ, ਜਾਂ ਓਵਰਆਲ ਪੰਜਾਬ ਤੋਂ ਆ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਸਿਖਾ ਵੀ ਰਹੇ ਹੋ ਤੇ ਮੈਨੇਜ ਕਰ ਰਹੇ ਹੋ? ਜੀ ਕਸ਼ਮੀਰ ਤੱਕ ਆ ਰਹੇ ਆ, ਕਸ਼ਮੀਰੋਂ ਵੀ ਆਏ ਲੜਕੇ, ਟ੍ਰੇਨਿੰਗ ਸਿੱਖ ਕੇ ਗਏ ਇੱਥੇ। ਫਿਰ ਆ ਜਿਹੜੇ ਕਰਨ ਦੇ ਟ੍ਰੇਨਿੰਗ ਕਾੜੇ ਦਾ ਵਾ, ਇੱਕ ਬਸੀਰਪੁਰ ਆ, ਦਰਿਆ ਸਤਲੁਜ ਦੇ ਬਾਰਡਰ ਦੇ ਉੱਤੇ ਪਿੰਡ ਆ ਬਸੀਰਪੁਰ, ਮੰਡੀ ਬਸੀਰਪੁਰ, ਉੱਥੋਂ ਦੇ ਆ, ਕੋਈ ਕਸੂਰ ਦੇ ਆ, ਕੋਈ ਲਾਹੌਰ ਦੇ ਆ, ਯਾਨੀ ਕਾਫੀ ਸ਼ਹਿਰਾਂ 'ਚੋਂ, ਸੈਯਦ ਵਾਲੇ ਦੇ ਆ, ਲਾਗੇ ਸਾਡੇ ਸ਼ਾਹਕੋਟ ਦੇ ਕਾਫੀ ਲੜਕੇ ਜਿਹੜੇ ਬਾਹਰੋਂ ਆਉਂਦੇ ਆ। ਮੇਰੇ ਆਪਣੇ ਜਿਹੜੇ ਕਜ਼ਨ ਆ, ਬੇਟਾ ਮੇਰਾ ਇੱਕ ਵੱਡਾ, ਮੇਰੇ ਕਜ਼ਨ ਆ 2, ਇੱਕ ਮਸਬ ਸਿਕੰਦਰ ਆ, ਇੱਕ ਆਪਣਾ ਅਨਸ ਆ, ਮਲਕ ਅਨਸ, ਉਹ ਵੀ ਕਾਫੀ ਅੱਛੇ ਪਲੇਅਰ ਬਣ ਲਏ। ਉਮਰਾਂ ਤੇ ਹਲੇ ਉਹਨਾਂ ਦੀਆਂ 17-18 ਸਾਲ ਦੀਆਂ ਹੀ, ਛੋਟੇ ਹੀ ਹਲੇ, ਤੇ ਵੱਡੇ ਮੈਚ ਉਹਨਾਂ ਨੇ ਕਾਫੀ ਖੇਡੇ ਆ ਅੱਛੇ। ਤੇ ਮਾਸ਼ਾਅੱਲਾ ਕਾਫੀ ਲੜਕੇ ਹੋਰ ਵੀ ਮੇਰੇ ਕਜ਼ਨ ਆ, ਜ਼ਕਾਵਲਾ ਉਹਦੇ ਭਾਈ ਆ ਥੱਲੋਂ ਛੋਟੇ, ਉਹਨਾਂ ਦੇ ਵੀ ਯਾਨੀ ਕਰ ਰਹੇ ਟ੍ਰੇਨਿੰਗ ਇੱਥੇ ਹੀ ਸਾਰੇ। ਤਕਰੀਬਨ ਕੋਈ 7-8 ਸਾਡੇ ਆਪਣੇ ਖੁਦ ਹੈਗੇ ਲੜਕੇ। ਅਬ ਇਹਨਾਂ ਨੂੰ ਜਿਹੜੇ ਬਾਹਰੋਂ ਆਏ ਨੇ, ਇਹਨਾਂ ਨੂੰ ਖੁਰਾਕ ਰਿਹਾਇਸ਼ ਸਾਰੀ ਤੁਸਾਂ ਦੇ ਪੇਟੇ ਹੈ? ਜੀ ਇਹਨਾਂ ਦੀ ਰਿਹਾਇਸ਼ ਔਰ ਟ੍ਰੇਨਿੰਗ ਜਿਹੜੀ ਆ ਉਹ ਕਰਵਾਈ ਦੀ ਆ। ਪਹਿਲੇ ਦੇਈ ਦੀ ਸੀ ਖੁਰਾਕ ਵੀ, ਫਿਰ ਉਹਦਾ ਨਿਜ਼ਾਮ ਥੋੜ੍ਹਾ ਜਿਹਾ ਗਲਤ ਹੋਇਆ। ਫਿਰ ਇਹਨਾਂ ਦੀ ਖੁਰਾਕ ਦੀ ਜ਼ਿੰਮੇਵਾਰੀ ਇਹਨਾਂ ਨੂੰ ਕਿਹਾ ਤੁਸੀਂ ਖੁਦ ਉਠਾਉਣੀ ਆਪਣੀ, ਉਹਦਾ ਗਲਤ ਫਾਇਦਾ ਉਠਾਇਆ ਵਿੱਚੋਂ ਕਈਆਂ ਨੇ ਨਾ। ਤੇ ਉਹ ਹੱਕਦਾਰਾਂ ਦਾ ਵੀ ਹੱਕ ਆ। ਹਾਂਜੀ, ਉਹ ਫਿਰ ਅਸੀਂ ਇਹ ਕੰਮ ਜਿਹੜਾ ਨਾ, ਅਸੀਂ ਕਿਹਾ ਚਲੋ ਬੰਦ ਹੀ ਕਰ ਦਿੱਤਾ ਸੀ।
ਫਿਰ ਮੈਂ ਕਿਹਾ ਚਲੋ ਯਾਰ ਅਗਰ ਤੁਸੀਂ ਆਉਣਾ ਚਾਹੁੰਦੇ ਜੇ ਅਸੀਂ ਕਿਹੜਾ ਕੁਝ ਲੈਣਾ ਇਹਨਾਂ ਕੋ, ਅਗਰ ਹੁਣ ਲੜਕੇ ਜਿੰਨੇ ਵੀ ਸਿੱਖ ਕੇ ਲੱਗੇ, ਕੋਈ ਆਰਮੀ 'ਚ ਲੱਗਾ, ਕੋਈ ਕਿਤੇ ਲੱਗਾ, ਕੋਈ ਮੈਚ ਖੇਡਣ ਦੇ ਆ, ਮੈਂ ਕਿਹੜਾ ਇਹਨਾਂ ਕੋ ਕੋਈ ਰੁਪਈਆ ਲੈਣਾ। ਦੁਆਵਾਂ ਤੇ ਲੈਣੀਆਂ ਨਾ। ਹਾਂਜੀ ਦੁਆਵਾਂ ਹੀ ਲੈਣੀਆਂ ਨਾ, ਤੇ ਦੁਆਵਾਂ ਦੇਣ ਦੇ ਅਲਹਮਦੁਲਿਲਾ, ਉਹ ਲੈਣ ਦੇ ਦੁਆਵਾਂ। ਮਲਕ ਬਿਨ ਯਮੀਨ ਤੋਂ ਬਾਅਦ ਕੋਈ ਹੋਰ ਮੁੰਡਾ ਨਜ਼ਰ ਆਂਦਾ ਜਿਹੜਾ ਇਸ ਪਿੜ ਚ ਜਾਏਗਾ ਪਾਕਿਸਤਾਨ ਲੈਵਲ ਤੇ? ਜੀ ਕਾਫੀ ਲੜਕੇ ਆ, ਮਸਬ ਸਿਕੰਦਰ ਆ। ਦੇ ਕਰੀਬ ਕਿਹੜਾ ਹੈ ਮਲਕ ਤੋਂ ਬਾਅਦ? ਇਹ ਦੋ ਲੜਕੇ ਆ, ਇੱਕ ਅਨਸ ਆ ਤੇ ਇੱਕ ਮਸਬ ਆ। ਦਿਲ ਦੇ ਕਰੀਬ? ਹਾਂਜੀ ਜਿਹੜੇ ਮੇਰੇ ਕਜ਼ਨ ਵੀ ਆ ਤੇ ਦਿਲ ਦੇ ਕਰੀਬ ਆ ਦੋਵੇਂ, ਯਾਨੀ ਸਾਡੇ ਖਾਨਦਾਨ ਚੋਂ ਮਾਸ਼ਾਅੱਲਾ ਮੈਨੂੰ ਉਹਨਾਂ ਦੇ ਯਕੀਨ ਵੀ ਆ ਪੂਰਾ 100%। ਇਸ ਵਕਤ ਜਿਹੜੇ ਨੌਜਵਾਨ ਖੇਡ ਰਹੇ ਨੇ ਕੈਨੇਡਾ ਜਾ ਕੇ ਡੋਮੈਸਟਿਕ ਲੈਵਲ ਤੇ ਪਾਕਿਸਤਾਨ ਲੈਵਲ ਤੇ, ਇੱਕ ਜਾਫੀ ਜਿਹੜਾ ਦਿਲ ਨੂੰ ਪਸੰਦ ਹੋਵੇ ਤੇ ਇੱਕ ਰੇਡਰ, ਉਹ ਰੇਡਰ ਤਾਂ ਮਲਕ ਬਿਨ ਯਮੀਨ ਹੀ ਹੋਏਗਾ, ਤੇ ਜਾਫੀ ਦੱਸ ਦਿਓ ਕਿਹੜਾ ਪਸੰਦ ਹੈ? ਨਹੀਂ ਰੇਡਰ ਵੀ ਇਹ ਨਹੀਂ, ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਚ ਖੇਡ ਰਹੇ ਸੀ ਹੁੰਦੇ ਸੀ ਨਾ, ਮੈਂ ਗਰਾਊਂਡ 'ਚ ਹੀ ਹੁੰਦਾ ਸੀ। ਅਗਰ ਬਿਨੀਆਮੀਨ ਨੂੰ ਕਿਸੇ ਨੇ ਸਟਾਪ ਕਰਦਾ ਸੀ ਨਾ ਕੋਈ, ਤੇ ਮੈਂ ਉਹਨੂੰ ਸ਼ਾਬਾਸ਼ ਵੀ ਦਿੰਦਾ ਸੀ ਤੇ ਪੈਸੇ ਵੀ ਦਿੰਦਾ ਸੀ ਕਿ ਇਹਦੇ ਦਿਲ 'ਚ ਗੱਲ ਨਾ ਆ ਜੇ ਜਾਫੀ ਦੇ ਸਟਾਪਰ ਦੇ ਕਿ ਇਹ ਇੱਥੇ ਖੜਾ ਤੇ ਜਲਣ ਡਿਆ ਹੋਊ, ਸੜਨ ਡਿਆ ਹੋਊ, ਲੇਕਿਨ ਉਹਨੂੰ ਜਾ ਕੇ ਪੈਸੇ ਦੇਈਦੇ ਸੀ, ਹੌਸਲਾ ਅਫਜ਼ਾਈ ਕਰੀਦੀ ਸੀ ਕਿ ਤੂੰ ਮੇਰੇ ਭਰਾ ਨੂੰ ਫੜਿਆ ਤੇ ਸਮਝ ਕੇ ਤੂੰ ਵੀ ਮੇਰਾ ਹੀ ਭਰਾ ਵਾਂ। ਵਾਹ। ਤੇ ਆਪਣੇ ਵੀਰ ਆ ਸਾਰੇ ਜਿੰਨੇ ਪਲੇਅਰ ਆ, ਮੈਂ ਇਹਨਾਂ ਨੂੰ ਭਾਈ ਸਮਝਦਾ ਆਪਣੇ ਸਾਰਿਆਂ ਨੂੰ। ਜਿਹੜਾ ਵੀ ਕਬੱਡੀ ਖੇਡਦਾ ਮੈਂ ਉਹਦਾ ਹਿਆ ਕਰਦਾ, ਇੱਜ਼ਤ ਕਰਦਾ ਦਿਲੋਂ ਕਿ ਯਾਰ ਇਹ ਅੱਛੇ ਕੰਮ ਨੂੰ ਲੱਗਾ। ਵੇਖੋ ਸਾਡੀ ਫੀਲਡ ਹੈ ਕਿ ਜਿਹੜਾ ਵੀ ਸਾਡੇ ਇਸ ਫੀਲਡ 'ਚ ਆਉਂਦਾ ਅਸੀਂ ਉਹਨਾਂ ਪਿਆਰ ਕਰਦੇ ਹਾਂ, ਕੋਈ ਵੀ ਪਲੇਅਰ ਆ। ਜਾਫੀ ਦਾ ਨਾਂ ਤਾਂ ਦੱਸੋ ਨਾ ਜਿਹੜਾ ਇਸ ਟਾਈਮ ਤੁਹਾਨੂੰ ਲੱਗ ਰਿਹਾ ਹੋਵੇ ਕਿ ਇਸ ਮੁੰਡੇ ਨੇ ਬਹੁਤ ਤਰੱਕੀ ਕਰਨੀ ਹੈ। ਛੋਟਿਆਂ ਮੇਰੇ ਗਰਾਊਂਡ 'ਚੋਂ ਨਹੀਂ ਓਵਰਆਲ ਜਿਹੜੇ ਪਾਕਿਸਤਾਨ ਖੇਡ ਰਹੇ ਹੋ, ਜਿਹੜਾ ਸਾਨੂੰ ਇਸ ਵਕਤ ਨੁਮਾਇਆ ਲੜਕਾ ਨਜ਼ਰ ਆ ਰਿਹਾ ਹੋਵੇ, ਜਿਹੜਾ ਅਸੀਂ ਸਮਝੋ ਕਿ ਇਸ ਮੁੰਡੇ ਨੇ ਹੁਣ ਜਿਹੜਾ ਨਾ ਬਸ ਚੜਾਈ ਹੈ ਇਹਦੀ। ਹਾਂ ਉਹ ਕਾਫੀ ਲੜਕੇ ਆ ਜਿਹੜੇ ਅੱਛੇ ਅੱਗੇ ਆ ਰਹੇ ਆ। ਇੱਕ ਮੁੰਡਾ ਵਾ ਮੱਖਣ ਵਾਲੀ ਆ, ਸ਼ਾਨਾ ਸਿਆਲ ਆ, ਉਹਦੇ ਸ਼ਾਗਿਰਦ ਆ ਉਹ, ਤੇ ਉਹਨਾਂ ਨੇ ਅੱਛਾ ਇਕਬਾਲ ਸਟੇਡੀਅਮ ਹੋਇਆ, ਉਹਨਾਂ ਅੱਛੇ ਰੇਡਰ ਫੜੇ ਆ। ਤੇ ਸੱਪਾਂ ਵਾਲੇ ਦੇ ਬਾਰੇ ਵਾਲਾ ਤੇ ਉਹਦੇ ਪਲੇਅਰ ਬਣ ਚੁੱਕਿਆ ਨਾ। ਨਹੀਂ ਅੱਗੋਂ ਕੀ ਲੱਗਦਾ ਚੜਾਈ ਹੈ ਉਹਦੀ? ਅੱਗੋਂ ਜੇ ਤੇ ਮਿਹਨਤ ਕਰੂਗਾ, ਤਕੱਬਰ ਗਰੂਰ ਨਹੀਂ ਹੋਣਾ ਚਾਹੀਦਾ ਨਾ ਬੰਦੇ 'ਚ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਜੇ ਤਕੱਬਰ ਗਰੂਰ ਆਵੇ ਨਾ ਬੰਦੇ 'ਚ ਤੇ ਫਿਰ ਉਹ ਬੰਦਾ ਨਹੀਂ ਕਾਮਯਾਬ ਹੋ ਸਕਦਾ, ਭਾਵੇਂ ਉਹ ਜੋ ਵੀ ਅੱਲਾ ਨੂੰ ਤਕੱਬਰ ਤੇ ਨਹੀਂ ਪਸੰਦ ਨਾ। ਮਲਕ ਬਿਨ ਯਮੀਨ ਜਿਸ ਵਕਤ ਸ਼ੁਰੂ ਕੀਤੀ ਹੈ, ਉਹਨਾਂ ਹੱਥ ਰਖਾ ਆਪਣੇ ਇੰਟਰਵਿਊ 'ਚ ਵੀ ਦੱਸਿਆ ਹੈ ਕਿ ਮੈਂ ਥੋੜਾ ਸਲੋ ਹੈਗਾ ਸੀ, ਠੀਕ ਹੈ, ਮੈਂ ਤੇਜ਼ ਨਹੀਂ ਸੀ। ਉਹਨੂੰ ਤੇਜ਼ ਕਰਨ ਵਾਸਤੇ ਕੀ ਕੀਤਾ? ਯਾਨੀ ਕੋਈ ਡਾਂਟ ਡਪਟ ਵੀ ਕਰਦੇ ਹੋ ਜਾਂ ਹਾਲੀ ਪਿਆਰ ਨਾਲ ਹੀ ਸਮਝਾਈ ਜਾਂਦਾ? ਹੁਣ ਪਤਾ ਨਹੀਂ ਅਸੀਂ ਤੇ ਨਹੀਂ ਕਹਿ ਸਕਦੇ, ਲੇਕਿਨ ਅੱਲਾ ਅਕਲ ਦਿੰਦਾ। ਅੱਲਾ ਕਹਿੰਦਾ ਕਿ ਜਦੋਂ ਅੱਲਾ ਫਰਮਾਉਂਦਾ ਕਿ ਮੈਂ ਜਦੋਂ ਬੰਦੇ ਦਾ ਫਾਇਦਾ ਕਰਦਾ ਉਹਨੂੰ ਅਕਲ ਦੇ ਦਿੰਦਾ, ਜਦੋਂ ਉਹਦਾ ਨੁਕਸਾਨ ਕਰਦਾ ਅਕਲ ਖੋਹ ਲੈਣਾ। ਅੱਲਾ ਨੇ ਅਕਲ ਦਿੱਤੀ। ਮੈਂ ਇੰਡੀਆ ਦੇ ਜ਼ਿਆਦਾ ਮੈਚ ਵੇਖਦਾ ਹੁੰਦਾ ਸੀ ਬੈਠਾ ਨਾ YouTube ਤੇ ਉਹ ਟਾਇਰ ਪਿਆ ਸੀ, ਆ ਟਾਇਰ ਜਿਹੜਾ ਮਾਰਨ ਡੇ ਮੁੰਡੇ ਨਾ, ਹਾਂਜੀ, ਇਹ ਫਿਰ ਮੈਂ ਉੱਥੋਂ ਯਾਨੀ ਪਤਾ ਨਹੀਂ ਹੁਣ ਸਾਡੀ ਯਾਦ ਆ ਜਾਂ ਕਿਸੇ ਹੋਰ ਦੀ ਯਾਦ ਆ, ਲੇਕਿਨ ਇਹ ਤੋਂ ਪਹਿਲੋਂ ਮੈਂ ਤਾਂ ਨਹੀਂ ਸੀ ਕਿਤੇ ਵੇਖਿਆ ਕਿਸੇ ਨੇ ਪਾਇਆ ਹੋਵੇ ਟਾਇਰ, ਜਾਂ ਤੁਸੀਂ ਵੇਖਿਆ ਹੋਵੇ ਕਿਸੇ ਨੇ ਪਾਇਆ ਹੋਵੇ। ਨਹੀਂ ਅਸੀਂ ਤਾਂ ਮਲਕ ਬਿਨ ਯਮੀਨ ਨੂੰ ਵੇਖਿਆ, ਔਰ ਉਸ ਤੋਂ ਇਲਾਵਾ ਵੀ ਜਿਹੜੀ ਉਹ ਤੁਸੀਂ ਉਹਦੇ ਕੋਲੋਂ ਐਕਸਰਸਾਈਜ਼ ਕਰਾਉਂਦੇ ਹੋ, ਉਹ ਤਾਂ ਸ਼ਾਦਮ ਨਾਦਰ ਹੀ ਕਰੇ ਕਬੱਡੀ ਦੇ ਮੈਦਾਨਾਂ 'ਚ ਪੈਰਾ ਕਮਾਂਡੋ ਇੰਡੀਆ ਵਿੱਚ ਕਰਦੇ ਹਨ ਤੇ ਇੱਥੇ ਆਪਣਾ SSG ਕਰਦਾ। ਜੀ ਉਹ ਫਿਰ ਸਾਰੀਆਂ ਟ੍ਰੇਨਿੰਗਾਂ ਜਿਹੜੀਆਂ ਮੇਰੇ ਦੋਸਤ ਸੀ ਕਾਫੀ, ਇੱਕ ਚੈਨੀ ਦੋਸਤ ਸੀਗਾ, ਉਹਨੇ ਭੇਜੀਆਂ ਸਪੀਡ ਵਾਲੀਆਂ ਟ੍ਰੇਨਿੰਗਾਂ। ਇੱਕ ਜਿਮ ਦਾ ਜਿੰਨਾ ਸੀ ਉਤਲਾ ਬਾਡੀ ਦਾ ਯਾਨੀ ਲੱਤਾਂ ਦਾ ਪਾਵਰ ਲਿਆਉਣੀ, ਉਹ ਮੇਰਾ ਮਿਸਰ ਦਾ ਸੀ ਉਸਤਾਦ ਬਾਹਾ ਉਹਦਾ ਨਾਂ, ਦੁਬਈ 'ਚ, ਯਾਨੀ ਉਹਨੇ ਮੈਨੂੰ ਦੱਸਣੀਆਂ। ਤੇ ਯਾਨੀ ਕਾਫੀ ਲੋਕ, ਇਕੱਲਾ ਹੀਰੋ ਨਹੀਂ ਬਣਦਾ ਕਿ ਬਹੁਤ ਲੋਕਾਂ ਦੇ ਨਾਲ ਮਿਲ ਕੇ ਹੀਰੋ ਬਣਦਾ ਵਾ। ਤੇ ਫਿਰ ਆ ਟਾਇਰ ਦੇ ਨਾਲ ਸਪੀਡ ਉਹਦੀ ਟਾਇਰ ਨਾਲ ਬਣਾਈ ਆ ਕਿ ਮੈਂ ਚਾਹੁੰਦਾ ਸੀ ਕਿ ਮੋਟੀਆਂ ਲੱਤਾਂ ਵੀ ਮੋਟੀਆਂ ਹੋਣ, ਪੱਟ ਤਗੜੇ ਵੀ ਹੋਣ ਤੇ ਸਪੀਡ ਵੀ ਰਵੇ। ਉਂਝ ਤੁਸੀਂ ਦੂਸਰੇ ਜੇ ਲਾਉਂਦੇ ਸੀ ਨਾ ਆਪਣਾ ਬੈਠਕ, ਹਾਫ ਬੈਠਕ ਲਾਉਂਦੇ ਸੀ ਕਬੱਡੀ 'ਚ, ਹਾਫ ਬੈਠਕ ਹੀ ਲਾਈ ਦੀ, ਫੁੱਲ ਨਹੀਂ ਲਾਈ ਦੀ। ਜੇ ਹਾਫ ਬੈਠਕ ਲਾਉਂਦੇ ਸੀ ਉਹਨਾਂ ਫਿਰ ਸਪੀਡ ਉਹ ਨਹੀਂ ਸੀ ਰਹਿੰਦੀ, ਪੱਟ ਤੇ ਮੋਟੇ ਹੋ ਜਾਂਦੇ ਸੀ ਲੇਕਿਨ ਸਪੀਡ ਨਹੀਂ ਸੀ ਉਹ ਬਣਦੀ। ਫਿਰ ਇਹਦੇ 'ਚ ਟਾਇਰ 'ਚ ਵੇਟ ਪਾ ਲੈਣਾ, ਵਜ਼ਨ ਵਧਾਈ ਗਏ, ਜ਼ਿਆਦਾ ਕਰੀ ਗਏ, ਤੇ ਉੱਦਾਂ ਹੀ ਫਿਰ ਟਾਈਮ ਲਾ ਲੈਣਾ ਘੜੀ ਤੇ ਕਿ ਕਿੰਨੇ ਸਕਿੰਟ 'ਚ ਗੇੜਾ ਅੱਜ ਮਾਰਿਆ, ਅਗਲਾ ਗੇੜਾ ਜਿਹੜਾ 1 ਸਕਿੰਟ ਤੋੜਨਾ ਵਾ 8 ਦਿਨਾਂ ਬਾਅਦ, ਫਿਰ 8 ਦਿਨਾਂ ਬਾਅਦ 1 ਸਕਿੰਟ ਤੋੜਨਾ ਵਾ। ਇੱਦਾਂ ਕਰਕੇ ਯਾਨੀ ਟ੍ਰੇਨਿੰਗ ਨੂੰ ਕੀਤਾ ਸੀ। ਆਖਰੀ 2 ਸਵਾਲ, ਕਾਫੀ ਵਕਤ ਤੁਹਾਡਾ ਲੈ ਲਿਆ। ਮਲਕ ਬਿਨ ਯਮੀਨ ਦਾ ਵਰਲਡ ਕੱਪ ਤੋਂ ਪਹਿਲੇ ਕੋਈ ਐਸਾ ਵਕਤ ਜਿਸ ਵਕਤ ਤੁਹਾਡਾ ਉਹਦਾ ਮੱਥਾ ਚੁੰਮਣ ਦਾ ਦਿਲ ਕੀਤਾ ਹੋਵੇ, ਕੋਈ ਉਸਨੇ ਐਸਾ ਰੇਡ ਕੀਤੀ ਹੋਵੇ, ਔਰ ਇੱਕ ਐਸਾ ਵਾਕਿਆ ਜਦੋਂ ਤੁਹਾਨੂੰ ਉਹਨੂੰ ਮਾਰਨ ਦਾ ਦਿਲ ਕੀਤਾ ਹੋਵੇ? ਨਹੀਂ ਮਾਰਨ ਦਾ ਤਾਂ ਨਹੀਂ ਦਿਲ ਕੀਤਾ, ਝਿੜਕਣ ਦਾ ਵੀ ਕੋਈ ਨਹੀਂ, ਉਹਨੇ ਐਸਾ ਕੰਮ ਹੀ ਨਹੀਂ ਕੀਤਾ। ਤੁਸੀਂ ਹਲੇ ਮਿਲੇ ਨਹੀਂ ਉਹਨੂੰ, ਜਦੋਂ ਮਿਲੋਗੇ ਜਿਹੜਾ ਤੇ ਉਹਨੂੰ ਮਿਲਿਆ, ਖੁਸ਼ੀ ਦੁੱਗਾ ਵਾਲਾ ਕਹਿੰਦਾ ਜਿਹੜਾ ਤੇ ਮਲਕ ਨੂੰ ਮਿਲਿਆ ਤੇ ਉਹ ਜਾਣਦਾ ਮਲਕ ਇੱਕ ਅੱਛਾ ਪਲੇਅਰ ਹੀ ਨਹੀਂ, ਅੱਛਾ ਇਨਸਾਨ ਵੀ ਆ। ਤੇ ਜਿਹੜਾ ਮਸਲਨ ਨਹੀਂ ਮਲਕ ਨੂੰ ਮਿਲਿਆ ਉਹਨੂੰ ਇੰਝ ਹੀ ਲੱਗਦਾ, ਉਹਦੀ ਸ਼ੁਰੂ ਤੋਂ ਹੀ ਆਦਤਾਂ ਜਿਹੜੀਆਂ ਸੀ ਨਾ ਬਚਪਨ ਤੋਂ, ਇੱਕ ਤਾਂ ਛੋਟਾ ਭਰਾ ਸੀ ਸਾਡਾ ਲਾਡਲਾ ਸੀ ਸਾਰਿਆਂ ਦਾ ਹੀ,
ਤੇ ਇੱਕ ਨਾ ਆਦਤਾਂ ਵੀ ਉਹਦੀਆਂ ਜਿਹੜੀਆਂ ਨਾ ਦਾਨਿਆਂ ਬੰਦਿਆਂ ਵਾਲੀਆਂ ਸੀਗੀਆਂ, ਨਵਾਬਾਂ ਵਾਲੀਆਂ ਸੀ। ਉਹ ਜਿਹਦੇ ਨਾਲ ਵੀ ਰਿਹਾ ਕੈਂਪ ਕੱਟੇ ਉਹਨੇ, ਯਾਨੀ ਇਹਨਾਂ ਪਲੇਅਰਾਂ ਦੇ ਨਾਲ ਜਿੱਥੇ ਵੀ ਰਿਹਾ, ਉਹਨੇ ਕਦੀ ਆਪਣੀ ਜੇਬ ਨੂੰ ਨਹੀਂ ਬੰਦ ਕੀਤਾ। ਉਹਨੇ ਕੋਸ਼ਿਸ਼ ਇਹੀ ਕੀਤੀ ਆ ਕਿ ਮਸਲਨ ਮੇਰੇ ਵੱਡੇ ਭਰਾ ਵਾ ਜਿੰਨੇ ਵੀ ਪਲੇਅਰ ਆ, ਤੇ ਉਹਨੂੰ ਵੀ ਇਹ ਸਿਖਾਇਆ ਵੀ ਇਹੀ ਸੀ, ਲੇਕਿਨ ਉਹ ਆਪ ਵੀ ਖੁਦ ਵੀ ਸਮਝਦਾਰ ਸੀ, ਤੇ ਉਹਨੇ ਕੋਸ਼ਿਸ਼ ਇਹੀ ਕੀਤੀ ਆ ਕਿ ਮੇਰਾ ਹੀ ਯਾਨੀ ਖਰਚਾ ਹੋ ਜੇ, ਇਹਨਾਂ ਨਾ ਹੀ ਹੋਵੇ ਦੂਸਰੇ ਦਾ। ਤੇ ਮੱਥਾ ਚੁੰਮਣ ਦਾ ਜਿਹੜਾ ਪਹਿਲੀ ਦਫਾ ਯਾਨੀ ਕਿ ਵਰਲਡ ਕੱਪ ਤੋਂ ਪਹਿਲੇ ਉਹਨਾਂ ਇਹ ਹੀ ਸੀਗਾ ਕਿ ਜਿੱਦਣ ਤੂੰ ਇੰਡੀਆ ਨਾਲ ਖੇਡੂੰਗਾ, ਇੰਡੀਆ ਹਰਾਊਂਗਾ ਨਾ, ਜਾਂ ਇੰਡੀਆ ਕੋ ਨਿਕਲੂੰਗਾ, ਉਦਣ ਮੈਂ ਤੈਨੂੰ ਮੰਨਣਾ ਪਲੇਅਰ। ਇਹ ਗੱਲ ਪਹਿਲੋਂ ਹੀ ਸੀਗੀ। ਵਾਲਾ ਸਾਹਿਬ ਸਾਡੇ ਕਹਿੰਦੇ ਹੁੰਦੇ ਸੀ ਕਿ ਹੁਣ ਜੇ ਇਹਨੂੰ ਕੌਡੀ ਤੂੰ ਖਿਡਾਉਣੀ ਸ਼ੁਰੂ ਕਰਤੀ ਆ ਨਾ, ਤੇ ਫਿਰ ਟੀਵੀ ਤੇ ਆਵੇ। ਫਿਰ ਇੰਨੀ ਤੇ ਉਹਨੇ ਕਿਹਾ ਸਾਰਿਆਂ ਖੇਡੀ, ਤੂੰ ਵੀ ਖੇਡੀ, ਹੋਰਾਂ ਨੇ ਵੀ ਬਹੁਤ ਖੇਡਣ ਦੇ ਲੋਕ ਛੋਟੀ ਛੋਟੀ ਕੌਡੀ। ਉਹਨੇ ਕਿਹਾ ਟੀਵੀ ਤੇ ਆਵੇ ਤੇ ਫਿਰ ਸਵਾਦ ਆ, ਜੇ ਟੀਵੀ ਤੇ ਨਾ ਆਵੇ ਤੇ ਸਵਾਦ ਕੋਈ ਨਹੀਂ ਗਾ, ਆਬੂ ਮੇਰਾ ਕਹਿੰਦਾ ਹੁੰਦਾ ਯਾਨੀ ਸੀ। ਕਿ ਉਹਨਾਂ ਦੀ ਖੁਆਇਸ਼ ਵੀ ਪੂਰੀ ਕੀਤੀ। ਹਾਂਜੀ, ਉਹਨਾਂ ਦੀ ਵੀ ਅੱਲਾ ਨੇ ਕੀਤੀ ਜੀ, ਅਸੀਂ ਤੇ ਇੱਕ ਕੋਸ਼ਿਸ਼ ਸੀ ਸਾਡੀ ਤੇ। ਖੁਆਇਸ਼ਾਂ ਤਾਂ ਅੱਲਾ ਹੀ ਪੂਰਾ ਕਰਦਾ, ਬੰਦਾ ਕੋਸ਼ਿਸ਼ ਕਰਦਾ, ਨੀਅਤ ਦੇ ਉੱਤੇ ਸਾਰਾ ਦਾਰੋਮਦਾਰ ਹੁੰਦਾ ਹੈ। ਹੁਣ ਆਪਣੇ ਪੂਰੇ ਪਾਕਿਸਤਾਨ ਵਿੱਚ ਇਹ ਬੱਚੇ ਵੀਡੀਓ ਦੇਖ ਰਹੇ ਨੇ, ਅਗਰ ਕੋਈ ਇਸ ਪਿੰਡ ਵਿੱਚ ਆਉਣਾ ਚਾਹੇ ਸਿੱਖਣ ਵਾਸਤੇ, ਤੁਹਾਡਾ ਨੰਬਰ ਲਾ ਦਈਏ ਸਕਰੀਨ ਉੱਤੇ? ਕੋਈ ਗੱਲ ਨਹੀਂ, ਲਾਓ ਤੁਸੀਂ ਨੰਬਰ, ਨੋ ਟੈਨਸ਼ਨ, ਕੋਈ ਨਹੀਂ। ਪਰ ਆਵੇ ਸਿਖਾਓਗੇ? ਆਲਰੇਡੀ ਦੁਨੀਆ ਕੋ ਮੇਰਾ ਸਾਰਿਆਂ ਕੋ ਹੈਗਾ ਨੰਬਰ, ਕੋਈ ਰੌਲਾ ਨਹੀਂ। ਮੁਸ਼ਕਿਲ ਵੀ ਹੋ ਜਾਂਦਾ ਕਿਸੇ ਵਕਤ ਨਾ ਨੰਬਰ ਲੈਣਾ। ਅਸੀਂ ਰਿਹਾਇਸ਼ ਤੁਹਾਨੂੰ ਦੱਸਿਆ ਦਿੰਨੇ ਆ, ਟ੍ਰੇਨਿੰਗ ਕਰਾਉਨੇ, ਵਕਤ ਆਪਣਾ ਦਿੰਨੇ, ਸਭ ਤੋਂ ਕੀਮਤੀ ਵਕਤ ਹੁੰਦਾ। ਕੋਈ ਸ਼ੱਕ ਸਹੀ ਆ। ਅਗਰ ਮੈਂ ਕੋਈ ਜੋਬ ਕਰਦਾ ਹਾਂ ਜਾਂ ਕਾਰੋਬਾਰ ਕਰਦਾ ਹਾਂ, ਫਿਰ ਉਹ ਵੀ ਇਹਨਾਂ ਤੇ ਖਰਚਾ ਵੀ ਨਾ ਪੈਣ ਦੇਵਾਂ। ਮੈਂ ਕਿਹੜਾ ਜੋਬ ਕਰਦਾ, ਕੋਈ ਕਾਰੋਬਾਰ ਕਰਦਾ, ਮੈਂ ਇਹਨਾਂ ਲਈ ਆ ਨਾ, ਮੈਨੂੰ ਛੱਡਿਆ ਘਰਦਿਆਂ ਨੇ, ਤੇ ਜੇ ਮੈਂ ਵਕਤ ਇਹਨਾਂ ਨੂੰ, ਉਹੋ ਹੀ ਵਕਤ ਅਗਰ ਮੈਂ ਜਿਹੜਾ ਨਹੀਂ ਦਿੰਦਾ, ਮੈਂ 2-3-4 ਲੱਖ ਕਮਾ ਸਕਦਾ ਕੋਈ ਵੀ ਕੰਮ ਕਰਕੇ। ਜੇ ਅੱਜ ਤੋਂ ਤੁਸੀਂ ਇਤਨਾ ਅਰਸਾ ਪਹਿਲੇ 5 ਕਮਾ ਰਹੇ ਸੋ, ਸ਼ਾਇਦ ਹੁਣ 10 ਵੀ ਕਮਾ ਕੋਈ ਸਕਦੇ ਨਾ ਕਿ, ਲੇਕਿਨ ਉਹ ਫਿਰ ਵਕਤ ਇਹਨਾਂ ਨੂੰ ਨਹੀਂ ਦਿੱਤਾ ਜਾਣਾ। ਤੁਹਾਨੂੰ ਦੱਸਿਆ ਨਾ ਕਿ ਵਕਤ, ਪਹਿਲੋਂ ਗੱਲ ਦੱਸੀ ਕਿ ਵਕਤ ਤੇ ਪੈਸਾ, ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਲੱਭਦੀਆਂ। ਉਮਰ ਕਿਤਨੀ ਹੈ ਆਪਣੀ? ਉਮਰ ਮੇਰੀ 45 ਹੋ ਗਈ ਹੈ, 45 ਤੋਂ ਉੱਤੇ। ਲੱਗਦੀ ਕਿਉਂ ਨਹੀਂ ਇਤਨੀ? ਇਹ ਬਸ ਆਪਣਾ ਖੁਸ਼ ਰਹੀਦਾ। ਕੋਈ ਵੀ ਤੁਸੀਂ ਆਏ ਜੇ, ਜਦੋਂ ਮਿਲੇ ਜੇ ਮੈਨੂੰ, ਜਦੋਂ ਹੀ ਕੀ ਮਹਿਸੂਸ ਕੀਤਾ ਆਪੇ ਤੁਹਾਨੂੰ ਪਤਾ ਲੱਗ ਗਿਆ ਹੋਊ। बहुत खुश मिजाज और मेहमान नवाज और अच्छा दिल लगा है, फीलिंग गुड होगी। ਹਾਂ, ਤੇ ਫਿਰ ਇਦਾਂ ਹੀ ਮੈਂ ਰਹਿਣਾ ਹਰ ਇੱਕ ਨਾਲ। ਕੋਈ ਵੀ ਮੇਰਾ ਸਟੂਡੈਂਟ ਆ, ਕੋਈ ਵੀ ਮਿਲਣਾ, ਬੱਚੇ ਵੀ ਮਿਲਣੇ ਛੋਟੇ ਛੋਟੇ। ਆਂਦੇ ਕੀ ਉਹ ਕੁਝ ਖਾਣੇ ਵਿੱਚ ਵੀ ਰਾਜ਼ ਹੁੰਦੇ ਆ। ਉਹ ਤੁਸੀਂ ਚੱਲ ਕੇ ਆ ਰਹੇ ਸੀ ਤਾਂ ਮੈਂ ਆਪਣੇ ਸਾਥੀ ਜਿਹੜੇ ਦੋਸਤ ਮੇਰੇ ਨਾਲ ਆਏ, ਮੈਂ ਕਿਹਾ ਯਾਰ ਅੱਲਾ ਜਿਹਨੂੰ ਦੇਵੇ, ਮਾਸ਼ਾਅੱਲਾ ਕਿੱਡੀ ਸੋਹਣੀ ਜਵਾਨੀ ਹੈ। ਬਸ ਖਾਣ ਪੀਣ ਇਹੋ ਹੀ ਆ ਜਿਹੜਾ ਆਮ ਲੋਕ ਖਾਂਦੇ ਆ। ਘਿਓ ਹੁੰਦਾ ਵਾ, ਦੁੱਧ ਵਾ, ਮੱਖਣ ਆ, ਦਹੀਂ ਹੋ ਗਿਆ, ਫਰੂਟ ਜਿਹੜਾ ਵਾ ਉਹ ਟ੍ਰੇਨਿੰਗ ਤੋਂ ਬਾਅਦ ਯਾਨੀ ਅਸੀਂ ਲਾਜ਼ਮੀ ਲੈਣਾ ਵਾ। ਕੇਲੇ ਆ, ਮਸੰਮੀਆਂ ਤੇ ਸੇਬ ਆ, ਕੋਈ ਵੀ ਫਰੂਟ ਚੱਲਣ ਡਿਆ ਨਾ, ਮਿਕਸ ਲੈਣਾ ਹੁੰਦਾ ਵਾ, ਲਾਜ਼ਮੀ ਲੈਣਾ। ਇਹ ਹੀ ਖੁਰਾਕ ਆ, ਹੋਰ ਕੋਈ ਨਹੀਂ। ਤੇ ਆਪਾਂ ਇੱਥੇ ਸਿਰਫ ਸਰਕਲ ਕਬੱਡੀ ਸਿਖਾਈ ਜਾਂਦੀ ਹੈ ਜਾਂ ਉਹ ਥੱਪੜ ਵਾਲੀ ਵੀ? ਨਹੀਂ, ਸਰਕਲ ਹੀ ਸਾਡੇ ਫੈਸਲਾਬਾਦ 'ਚ ਨਹੀਂ। ਥੱਪੜ ਵਾਲੀ ਕਬੱਡੀ ਉਹ ਕੋਈ ਉਹਦਾ ਸਿੱਖਣ ਨਿਗਾ। ਥੱਪੜ ਵਾਲੀ ਕਬੱਡੀ ਦਾ ਨਾ ਸਿੱਖਣ ਕੋਈ ਨਹੀਂਗਾ। ਉਹ ਤੇ ਆ ਦਾਇਰੇ ਵਾਲੀ ਕਬੱਡੀ 'ਚ ਜਿਹੜਾ ਸਟਾਰ ਬਣ ਜਾਂਦਾ ਨਾ ਦਾਇਰੇ ਵਾਲੀ 'ਚੋਂ, ਉਹਨੂੰ ਫਿਰ ਉਹ ਆਪੇ ਤੁਹਾਡੇ ਇਲਾਕਿਆਂ 'ਚ ਸੱਦਣ ਡੈ ਪੈਂਦੇ, ਗੁਜਰਾਤ ਸੱਦਣ ਡੈ ਪੈਂਦੇ। ਇਹਨੂੰ ਫਿਰ ਉੱਥੇ ਇਹਨੂੰ ਪਤਾ ਨਹੀਂ ਹੁੰਦਾ ਦਾਇਰੇ ਵਾਲੀ ਕਬੱਡੀ ਵਾਲੇ ਨੂੰ ਥੱਪੜ ਕਿੰਝ ਮਾਰਨਾ। ਇਹਨੂੰ ਆਪੇ ਹੀ ਦੱਸਦੇ ਆ ਕਿ ਇੰਜ ਤੂੰ ਥੱਪੜ ਮਾਰਨਾ, ਇੰਜ। ਇਹ 2-3 ਵਾਰੀ ਖੇਡਦਾ ਸਿੱਖ ਜਾਂਦਾ ਉਹਨਾਂ ਦੇ ਨਾਲ। ਇਹਦੀ ਕੋਈ ਅਸੀਂ ਟ੍ਰੇਨਿੰਗ ਨਹੀਂ ਦਿੰਨੇ। ਮੁਸ਼ਕਲ ਕਿਹੜੀ ਹੈ? ਮੁਸ਼ਕਲ ਦਾਇਰੇ ਵਾਲੀ ਹੈ। ਦੂਜੀ ਨਹੀਂ ਮੁਸ਼ਕਲ? ਨਹੀਂ, ਦੂਜੀ ਨਹੀਂ ਮੁਸ਼ਕਲ। ਜਿੱਥੇ ਤੱਕ ਮੇਰੇ ਨਾਕਸ ਅਕਲ ਦੇ ਮੁਤਾਬਿਕ ਆਪਣੇ ਕੋਲ ਤੁਸਾਂ ਕੋਲ ਜਿਹੜਾ ਹੈ ਅਬਾਈ ਇੱਕ ਮਰਲਾ ਵੀ ਨਹੀਂ ਸੀ ਹੈ, ਤੇ ਹੁਣ ਪਹਿਲੀਆਂ ਇਹ ਕਬੱਡੀ ਚੋਂ ਲਈਆਂ ਨੇ ਜਾਂ ਦੁਬਈ ਤੋਂ ਲੈ ਕੇ ਆਏ ਹੋ? ਨਹੀਂ, ਇਹ ਦੁਬਈ ਤੋਂ ਹੀ ਲਈਆਂ ਸੀ। ਕੋਠੀਆਂ ਬਣਾਈਆਂ ਦੁਬਈ ਤੋਂ ਹੀ। ਬਿਨਿਆਮੀਨ ਦੀ ਸ਼ਾਦੀ ਕੀਤੀ ਆ ਬਾਹਰ। ਭਾਈ ਮੇਰਾ ਇੱਕ ਸਾਊਦੀ ਅਰਬ ਹਸਾਨੁੱਲਾ, ਉਹਨੇ ਬਹੁਤ ਹੈਲਪ ਕੀਤੀ ਆ ਮੇਰੇ ਨਾਲ, ਤੇ ਵਾਲਦ ਸਾਹਿਬ ਨੇ ਬਹੁਤ ਹੈਲਪ ਕੀਤੀ ਨਾਲ ਮੇਰੇ। ਸਾਰਿਆਂ ਅਸੀਂ ਰਲ ਮਿਲ ਕੇ ਯਾਨੀ ਇਹ ਕੰਮ ਕੀਤਾ। ਫਿਰ ਆ ਗਰਾਊਂਡ ਹੋਰ ਸਰਕਾਰੀ ਵੀ ਹੈ ਸਾਡੇ ਪਿੰਡ 'ਚ, ਕਾਫੀ ਗਰਾਊਂਡਾਂ ਵਾ, ਲੇਕਿਨ ਮੈਂ ਨਹੀਂ ਪਸੰਦ ਕੀਤਾ ਕਿ ਸਰਕਾਰੀ ਗਰਾਊਂਡਾਂ 'ਚ ਖੇਡਣ। ਕਿਉਂ ਨਹੀਂ ਪਸੰਦ ਕੀਤਾ ਕਿ ਇਹ ਇੱਕ ਨਾ ਸਟਾਰ ਜਿਹੜਾ ਹੁੰਦਾ ਨਾ, ਇਹਨੂੰ ਤੁਸੀਂ ਸ਼ੁਰੂ ਤੋਂ ਹੀ ਇੱਜ਼ਤ ਦਿਓਗੇ ਨਾ ਸਟਾਰ ਵਾਲੀ, ਤੇ ਉਹ ਸਟਾਰ ਬਣੇਗਾ। ਅਗਰ ਉਹ ਇਧਰੋਂ ਬਾਲ ਆ ਗਈ, ਇੱਕ ਬੰਨੇ ਕ੍ਰਿਕਟ ਖੇਡਣ ਡਿਆ ਕੋਈ, ਇੱਕ ਬੰਨੇ ਫੁੱਟਬਾਲ ਖੇਡਣ ਡਿਆ ਕੋਈ, ਇੱਕ ਬੰਨੇ ਗੁੱਲੀ ਡੰਡਾ ਖੇਡਣ ਡਿਆ, ਉਹ ਜਨਾਬ ਉਹ ਗਰਾਊਂਡ ਵੀ ਉੱਥੇ ਹੀ ਹੋਵੇ, ਉਹ ਇਧਰੋਂ ਫੁੱਟਬਾਲ ਆ ਗਿਆ, ਇਧਰੋਂ ਬਾਲ ਆ ਗਈ, ਉਹਨੇ ਕਹਿਣਾ ਸੁੱਟੀ ਯਾਰ ਮੇਰੀ ਬਾਲ, ਸੁੱਟੀ ਯਾਰ, ਹੈ ਨਾ। ਉਹ ਤੇ ਫਿਰ ਜ਼ੇਨ ਮਾਈਂਡ ਇਹਨਾਂ ਦਾ ਚੱਲ ਗਿਆ ਉਧਰ ਦੂਸਰੇ ਪਾਸੇ, ਤੇ ਆਪਣੀ ਗੇਮ 'ਚ ਤੇ ਮਾਈਂਡ ਰਿਹਾ ਹੀ ਨਹੀਂ। ਸਾਰਾ ਮਾਈਂਡ ਜਿਹੜਾ ਗੇਮ 'ਚ ਰੱਖਣ ਵਾਸਤੇ ਅਸੀਂ ਆਪਣਾ ਖੇਤ ਦਿੱਤਾ ਇੱਕ ਪੂਰਾ, ਯਾਨੀ ਇਹਨਾਂ ਵਾਸਤੇ ਇੱਕ ਖੇਤ ਛੱਡਿਆ ਕਿ ਕੋਈ ਅਸੀਂ ਚੀਜ਼ ਨਹੀਂ ਬੀਜਦੇ, ਇਹਨਾਂ ਲਈ ਆ ਗਰਾਊਂਡ ਲਈ। ਯਾਨੀ ਕਿ ਇਸ ਨੂੰ ਮੈਂ ਅਗਰ ਸਾਦਾ ਅਲਫਾਜ਼ ਹੀ ਕੈਦ ਕਰਾਂ ਕਿ ਬਾਦਸ਼ਾਹ ਨੂੰ ਪਹਿਲੇ ਬਾਦਸ਼ਾਹ ਵਾਲਾ ਮਾਹੌਲ ਦੇਣਾ ਹੈ ਤਾਂ ਬਾਦਸ਼ਾਹ ਬਣਨਾ, ਫਿਰ ਬਾਦਸ਼ਾਹ ਬਣਨਾ। ਜੇ ਉਹਨੂੰ ਤੁਸੀਂ ਕਹੀ ਜਾਓ ਕਿ ਤੂੰ ਵੀ ਸਟਾਰ ਬਣਨਾ, ਤੇ ਘਰ ਉਹਨੂੰ ਗਾਲਾਂ ਕੱਢੀ ਜਾਓ ਜਾਂ ਬਾਹਰ ਗਾਲਾਂ ਕੱਢੀ ਜਾਓ, ਲੋਕਾਂ 'ਚ ਕਹੀ ਜਾਓ ਸਟਾਰ ਬਣਨਾ, ਉਹ ਕਦੀ ਨਹੀਂ ਉਹ ਸਟਾਰ ਬਣਨਾ। ਉਹਨੂੰ ਤੁਸੀਂ ਸਟਾਰ
ਉਹਦੇ ਫੀਲਿੰਗ ਦੇ ਵਿੱਚ ਹਰ ਵਕਤ ਸਟਾਰ ਰਵੇ ਦਿਮਾਗ 'ਚ ਛੋਟੇ ਹੁੰਦੇ ਤੋਂ ਹੀ ਕਿ ਤੂੰ ਇੱਕ ਸਟਾਰ ਆ, ਤੇ ਉਹ ਫਿਰ ਸਟਾਰ ਬਣੂਗਾ, ਨਹੀਂ ਤੇ ਉਹ ਸਟਾਰ ਨਹੀਂ ਬਣ ਸਕਦਾ ਬੰਦਾ। ਭਾਈ ਨੇ ਬੜੀ ਵੱਡੀ ਗੱਲ ਕਰ ਦਿੱਤੀ। ਅਕਸਰ ਉਹ ਕਿਹਾ ਵੀ ਜਾਂਦਾ ਹੈ ਕਿ ਮਾਵਾਂ ਜਿਹੜੀਆਂ ਉਹਨਾਂ ਦੇ ਜ਼ਹਿਨ ਨੂੰ ਬਾਦਸ਼ਾਹ ਬਣਾਓ ਤੇ ਉਹ ਤਾਂ ਬਾਦਸ਼ਾਹ ਬੱਚੇ ਪੈਦਾ ਕਰ ਸਕਣਗੀਆਂ। ਤੇ ਉਹਨਾਂ ਇਹਨਾਂ ਕਹਿ ਦਿੱਤਾ ਕਿ ਜਦ ਤੱਕ ਤੁਸੀਂ ਕਿਸੇ ਨੂੰ ਇਹ ਸੋਚ ਹੀ ਨਹੀਂ ਦੇਣੀ ਕਿ ਜਦ ਤੱਕ ਕਿ ਤੂੰ ਬਾਦਸ਼ਾਹ ਹੈ ਜਾਂ ਤੂੰ ਇੱਕ ਵੱਡਾ ਆਦਮੀ ਹੈ ਤਾਂ ਉਹ ਵੱਡਾ ਨਹੀਂ ਬਣ ਸਕਦਾ, ਉਹ ਸ਼ਾਇਦ ਪਿਸਦਾ ਹੋਰ ਹੀ ਪਿਸ ਜਾਏ, ਕਿਉਂਕਿ ਜਿਸ ਤਰ੍ਹਾਂ ਦੇ ਸਾਡੇ ਮੁਲਕ ਦੇ ਹਾਲਾਤ ਨੇ। ਜੀ ਬਿਲਕੁਲ ਬਿਲਕੁਲ। ਇੱਕ ਹੋਰ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਟ੍ਰੇਨਿੰਗ ਜਿਹੜੀ ਆ ਸਾਡੀ ਉਹ ਹੈ ਹਾਰਡ ਆ। ਇੱਥੇ ਬਹੁਤ ਲੋਕ ਆਏ ਆ, ਮੇਰੇ ਕੋਲ ਕਾਪੀ ਤੇ ਲਿਖੇ ਪਏ ਸਾਰੇ ਹੀ 300 ਤੋਂ ਉੱਤੇ ਆ ਚੁੱਕੇ ਆ ਲੜਕੇ, ਤੇ ਰੋਜ਼ਾਨਾ ਹੀ ਆਉਂਦਾ ਕੋਈ ਨਾ ਕੋਈ। ਆ ਵੀਡੀਓ ਵੀ ਤੁਸੀਂ ਵੇਖਦੇ ਹੋਗੇ ਫਿਰ ਟਿਕਟੋਕ ਤੇ ਲੱਗੀਆਂ ਹੁੰਦੀਆਂ, ਸ਼ਾਗਿਰਦ ਬਣ ਡਿਆ, ਰੋਜ਼ ਹੀ ਕੋਈ ਨਾ ਕੋਈ ਬਣ ਡਿਆ। ਮਿੱਠਾ ਕਰਾ ਰਹੇ ਹੁੰਦੇ ਹੋ ਤੁਸੀਂ। ਹਾਂਜੀ, ਤੇ ਉਹ ਕੀ ਹੁੰਦਾ ਕਿ ਉਹ ਟ੍ਰੇਨਿੰਗ ਨਹੀਂ ਉਹਦੇ ਕੋਲ ਹੁੰਦੀ, 2 ਦਿਨ ਹੁੰਦੀ, 3 ਦਿਨ ਹੁੰਦੀ, 8 ਦਿਨ ਹੁੰਦੀ। ਤੇ ਆ ਹੁਣ ਮੈਂ ਇੱਕ ਮੁੰਡਾ ਨਵਾਂ ਆਇਆ ਤੇ ਆਉਂਦਿਆਂ ਮੈਨੂੰ ਕਹਿਣ ਡਿਆ ਮੇਰੀਆਂ ਪਿੰਨੀਆਂ ਦੁਖਣ ਡਈਆਂ, ਤੇ ਮੈਂ ਉਹਨੂੰ ਕਹਿਣ ਡਿਆ ਕਿ ਮੈਨੂੰ ਉਹ 10 ਰਸਤਾ ਜਿਹ 'ਚ ਹੀਰੋ ਬਣਨ ਵਾਸਤੇ ਤਕਲੀਫ ਨਹੀਂ ਝੱਲਣੀ ਪੈਂਦੀ ਤੇ ਹੀਰੋ ਬੰਦਾ ਬਣ ਜੇ, ਮੈਂ ਵੀ ਉਹ ਅਪਣਾ ਲਾਂ। ਮੈਨੂੰ ਸ਼ੌਕ ਆ ਤੁਹਾਨੂੰ ਮੈਂ ਕਿਹਾ ਤਕਲੀਫ ਦੇਣ ਦਾ। ਜੇ ਤੇ ਹੀਰੋ ਬਣਨਾ ਤੇ ਫਿਰ ਤੇ ਤਕਲੀਫ ਝੱਲਣੀ ਪੈਣੀ। ਹੀਰੋ ਕੋਈ ਵੀ ਬਣਿਆ ਉਹਨੂੰ ਤਕਲੀਫਾਂ ਦੇ ਵਿੱਚੋਂ ਲੰਘਣਾ ਪਿਆ, ਉਹਨੂੰ ਹੀ ਨਹੀਂ ਉਹਦੇ ਮਾਂ ਪਿਓ ਨੂੰ, ਭੈਣਾਂ ਭਰਾਵਾਂ ਨੂੰ ਵੀ ਲੰਘਣਾ ਪਿਆ ਤਕਲੀਫਾਂ ਦੇ ਵਿੱਚੋਂ ਦੀ। ਤੇ ਤੂੰ ਤੇ ਮੈਂ ਕਿਹਾ ਆਪਣੀ ਤਕਲੀਫ ਨਹੀਂ ਬਰਦਾਸ਼ਤ ਕਰਨਾ ਤੇ ਭੈਣਾਂ ਭਰਾਵਾਂ ਵਾਲੀ ਉਹ ਕਿੱਦਾਂ ਕਰਨਗੇ ਤੇ ਤਕਲੀਫ ਬਰਦਾਸ਼ਤ। ਯਾਨੀ ਕਿ ਕੰਨਿਆ ਤੂੰ ਲੰਘਣੇ ਤੇ ਫੁੱਲ ਮਿਲਣੇ ਨੇ। ਹਾਂਜੀ ਹਾਂਜੀ ਬਿਲਕੁਲ। ਹੀਰੋ ਇੰਜ ਜੇ ਕੋਈ ਹੈ ਰਸਤਾ ਤੇ ਮੈਨੂੰ ਕੋਈ ਕਮੈਂਟ 'ਚ ਦੱਸ ਦੇ ਕਿ ਆਹ ਰਸਤਾ ਹੈ ਯਾਰ, ਮੈਂ ਵੀ ਉਹ ਅਪਣਾ ਲਾਂ, ਹਨਾ। ਇਹ ਫਿਰ ਭੱਜ ਜਾਂਦੇ ਆ, ਰਹਿੰਦੇ ਨਹੀਂ ਇੱਥੇ। ਫਿਰ 4 ਦਿਨ ਕੋਈ ਕੱਢਦਾ, ਕੋਈ 5 ਦਿਨ, ਕੋਈ 6 ਦਿਨ ਨੱਠ ਜਾਂਦੇ ਆ। ਕਿਤਨੇ ਦਿਨ ਕੋਈ ਰੁਕ ਜੇ, ਕਿਤਨੇ ਮਹੀਨੇ ਕੋਈ ਰੁਕ ਜੇ, ਤੁਸੀਂ ਸਮਝੋਗੇ ਕਿ ਉਹ ਜਿਹੜਾ ਫਿਰ ਰੇਡ ਕਰੇਗਾ ਉਹਦੀ ਰੇਡ ਹੋਏਗੀ। ਹਾਂ, ਇੱਕ ਮੁੰਡਾ ਮੇਰੇ ਕੋਲ ਰਜ਼ਾਕ ਰਹਿਣ ਡਿਆ, ਇੱਕ ਅਲੀ ਰਜ਼ਾ ਵਾ, ਹੁਣ ਟ੍ਰੇਨ ਕਰਨ ਡਿਆ ਮੁੰਡਾ, ਇਹ ਬਸੀਰਪੁਰ ਦਾ ਕਾੜੇ ਦਾ। ਇਹ ਰੁਕਿਆ ਮੇਰੇ ਕੋਲ ਸਾਲ ਦੇ ਵਿੱਚ ਹੀ, ਇਹਨੇ ਇੰਪਰੂਵ ਕਰਤਾ ਆਪਣੇ ਆਪ ਨੂੰ। ਪਿਛਲੇ ਸਾਲ ਇਹਨਾਂ ਦਿਨਾਂ 'ਚ ਹੀ ਆਇਆ ਸੀ। ਤੇ ਸਾਲ ਟ੍ਰੇਨਿੰਗ ਹੁੰਦੀ ਆ, ਗਰਮੀਆਂ ਨਹੀਂ ਹੁੰਦੀ ਟ੍ਰੇਨਿੰਗ। ਗਰਮੀਆਂ ਇਹਨਾਂ ਦੇ ਮੈਚ ਚੱਲ ਪੈਂਦੇ ਉਧਰ ਆਪਣੇ ਇਲਾਕਿਆਂ 'ਚ। ਜਿੱਦਣ ਇਹ ਆਇਆ ਸੀ ਉਦਣ ਦੀ ਤੁਸੀਂ ਇਹਦੀ ਤਸਵੀਰ ਲੈ ਲਓ ਅਲੀ ਰਜ਼ਾ, ਤੇ ਹੁਣ ਦੀ ਇਹਦੀ ਲੈ ਲਓ, ਤੁਹਾਨੂੰ ਪਤਾ ਲੱਗ ਜੂਗਾ। ਉਦੋਂ ਯਾਨੀ ਇੱਥੇ ਖੇਡਣ ਨਹੀਂ ਦਿੰਦੇ ਅਸੀਂ ਜਿੱਦਣ ਆਇਆ ਸੀ ਕਿ ਯਾਰ ਨਾ ਖੇਡ ਤੂੰ ਟ੍ਰੇਨਿੰਗ ਦੇ ਵਿੱਚ, ਛੋਟਾ ਵਾ, ਸੱਟ ਲੱਗ ਜੂਗੀ। ਅੱਜ ਉਹਨੂੰ ਫੜਨ ਵਾਸਤੇ ਸਾਰੇ ਜਾਫੀ ਜ਼ੋਰ ਮਾਰਦੇ, ਉਹ ਫੜਿਆ ਨਹੀਂ ਜਾਂਦਾ। ਜ਼ੋਰ ਚਾਹੀਦਾ ਹੈ ਜਾਂ ਦਿਮਾਗ ਚਾਹੀਦਾ? ਦਿਮਾਗ, ਤੇਜ਼ੀ ਤੇ ਜ਼ੋਰ, 3 ਚੀਜ਼ਾਂ ਜਿਹੜੀਆਂ ਜ਼ਰੂਰੀ ਆ ਕਬੱਡੀ। ਇਕੱਠੀਆਂ ਚਾਹੀਦੀਆਂ। ਇਕੱਠੀਆਂ ਚਾਹੀਦੀਆਂ। ਦਿਮਾਗ ਵੀ ਚਾਹੀਦਾ, ਅਕਲ ਵੀ। ਰੇਡਰ ਦੀ ਜਿਹੜੀ ਅਕਲ ਹੈ ਨਾ ਉਹ ਇੰਨੀ ਹੋਣੀ ਚਾਹੀਦੀ ਕਿ ਅੱਗੇ 4 ਬੰਦੇ ਖੜੇ ਆ, ਉਹਨਾਂ 4 ਬੰਦਿਆਂ ਨੂੰ ਵੱਧ ਅਕਲ ਹੋਊਗੀ ਤੇ ਉਹ ਹੱਥ ਲਾ ਕੇ ਆਊ ਉਹਨਾਂ ਨੂੰ। ਅਗਰ ਉਹ ਅਕਲ ਦਾ ਮੋਟਾ ਹੋਇਆ ਤੇ ਉਹ ਨਹੀਂ, ਯਾਨੀ ਤੇਜ਼ ਹੋਣਾ ਚਾਹੀਦਾ ਬੰਦਾ, ਦਿਮਾਗੀ ਤੌਰ ਤੇ ਵੀ ਤੇ ਜਿਸਮਾਨੀ ਤੌਰ ਤੇ ਵੀ, ਤੇ ਪਾਵਰ ਵੀ ਹੋਣੀ ਚਾਹੀਦੀ ਹੈ। ਗੁੱਸੇ ਵਾਲਾ ਬੰਦਾ ਕਾਮਯਾਬ ਹੈ ਜਾਂ ਠੰਡੇ ਦਿਮਾਗ ਵਾਲਾ? ਰੇਡਰ ਵੀ ਔਰ ਜਾਫੀ। ਠੰਡੇ ਦਿਮਾਗ ਵਾਲਾ ਕਾਮਯਾਬ ਆ। ਗੁੱਸੇ ਵਾਲਾ ਜਦੋਂ ਰੇਸ ਹੋਇਆ ਨਹੀਂ, ਮਾੜਾ ਜਿਹਾ ਗੁੱਸੇ 'ਚ ਆਇਆ ਨਹੀਂ। ਗੁੱਸਾ ਤੇ ਹਰ ਚੀਜ਼ ਨੂੰ ਖਾ ਜਾਂਦਾ ਨਾ। ਗੁੱਸਾ ਜਦੋਂ ਅਕਲ ਨੂੰ ਖਾ ਗਿਆ ਗੁੱਸਾ ਤੇ ਉਹ ਖਤਮ। ਇੱਕ ਚੀਜ਼ ਵੇਖੋ, ਫੇਸ ਇੰਪ੍ਰੈਸ਼ਨ ਆ ਇੱਕ ਬੰਦੇ ਦਾ। ਕੋਈ ਵੀ ਬੰਦੇ ਨੂੰ ਤੁਸੀਂ ਪਹਿਲੇ ਮਿਲਦੇ ਜੇ, ਮੈਨੂੰ ਹੀ ਮਿਲੇ ਜੇ, ਇੱਕ ਫੇਸ ਇੰਪ੍ਰੈਸ਼ਨ ਹੁੰਦਾ ਪਹਿਲਾ, ਜਿਹੜਾ ਤੁਸੀਂ ਮੇਰੇ ਮੂੰਹ ਵੱਲ ਵੇਖਿਆ, ਮੈਂ ਤੁਹਾਡੇ ਮੂੰਹ ਵੱਲ ਵੇਖਿਆ। ਅਗਲਾ ਆਪਣਾ ਪੈਣਾ ਵਾ ਇੱਕ ਦੂਸਰੇ ਤੇ ਇੰਪ੍ਰੈਸ਼ਨ ਜਿਹੜਾ ਆਈਜ਼ ਦਾ ਵਾ, ਹੈ ਨਾ। ਫਿਰ ਪੈਣਾ ਬਾਡੀ ਦਾ, ਫਿਰ ਪੈਣਾ ਸਪੀਕ ਦਾ। ਜੇ 4ਵੇਂ ਮੇਰੇ ਟੈਟ ਹੋਏ ਨਾ ਤੇ ਤੁਹਾਨੂੰ ਪਤਾ ਲੱਗ ਜਾਣਾ ਇਹ ਬੰਦਾ ਪੂਰਾ 4 ਪਾਸਿਓਂ ਹੀ। ਤੇ ਜੇ 4ਵਾਂ 'ਚੋਂ ਹੀ ਮੈਂ ਮਸਲਨ ਬਾਕੀ ਸਾਰਾ ਸਹੀ ਹੋਵੇ, ਜੋ ਬੋਲਣ ਲੱਗਾ ਤਾਂ ਕਰਾਂ ਤੇ ਤੁਸੀਂ ਕਹਿਣਾ ਹੈ ਨਾ ਇੱਕ ਹੀ ਲੂਜ਼ ਹੋ ਗਿਆ ਤੇ ਹੋ ਗਈ ਗੱਲ। ਗੱਲ ਹੈ 4 ਕੋਨੇ ਪੂਰੇ ਹੋਣੇ ਚਾਹੀਦੇ। ਹਾਂ, 4ਵੇਂ ਪੌਦੇ ਪੂਰੇ ਆ। ਦੁਨੀਆ ਦੇ ਜਿੱਥੇ ਮਰਜ਼ੀ ਜਾ ਕੇ ਖੜਾ ਹੋਵੇ, 4 ਕੋਨੇ ਪੂਰੇ ਹੋਣੇ ਚਾਹੀਦੇ ਬੰਦੇ ਦੇ। ਯਾਰ ਕੋਈ ਮੁਸ਼ਕਿਲ ਨਹੀਂ ਉਹਦੇ ਅੱਗੇ, ਕੋਈ ਮੁਸ਼ਕਿਲ ਹੀ ਨਹੀਂ ਆਉਂਦੀ, ਕਿਉਂ ਉਹਨੂੰ ਪਤਾ ਹੁੰਦਾ ਮੇਰੀ ਹਰ ਚੀਜ਼ ਟੈਟ ਆ, ਹਰ ਪਾਸਿਓਂ ਮੈਂ ਟੈਟ ਆ। ਮੈਂ ਇੱਕ ਕਲਿੱਪ ਦੇਖਿਆ ਸੀ ਮਲਕ ਬਿਨ ਯਮੀਨ ਦਾ ਕਿ ਇੱਕ ਸਿੱਖ ਜਾਫੀ ਹੈ ਇੰਡੀਆ ਦਾ, ਪਤਲਾ ਜਾਂ ਸੁੱਕਾ ਜਾਵਾ, ਉਹਨੇ ਮਲਕ ਬਿਨ ਯਮੀਨ ਨੂੰ ਡੱਕ ਲਿਆ, ਠੀਕ ਹੈ। ਲੇਕਿਨ ਅਗਲੀ ਰੇਡ 'ਚ ਬਿਨ ਯਮੀਨ ਨੇ ਜਾ ਕੇ ਉਹਨੂੰ ਇਤਨੇ ਜ਼ੋਰ ਦਾ ਧਿੱਗਾ ਦਿੱਤਾ ਕਿ ਉਸ ਨੂੰ ਬਾਹਰ ਜਾਣਾ ਪੈ ਗਿਆ, ਇੰਜਰਡ ਹੋ ਗਿਆ ਉਹ। ਨਹੀਂ ਇੰਜਰਡ ਕੀਤਾ ਤਾਂ ਨਹੀਂ ਇਹਨੇ, ਲੇਕਿਨ ਉਹ ਫਿਰ ਬੰਦੇ ਨੂੰ ਹੁੰਦੀ ਆ ਆਪਣਾ ਜਿਹੜਾ ਵੀ। ਮੈਂ ਤੇ ਇਹਨੂੰ ਸ਼ੁਰੂ ਤੋਂ ਹੀ ਜਦੋਂ ਵੇਖਿਆ ਨਾ ਕਿ ਇਹਨੂੰ ਜਦੋਂ ਸਟਾਪ ਹੁੰਦਾ ਨਾ, ਫਿਰ ਇਹ ਯਾਨੀ ਕਬੱਡੀ ਸਹੀ ਫਿਰ ਖੇਡਦਾ। ਸਟਾਪ ਤੋਂ ਪਹਿਲੇ ਨਹੀਂ? ਸਟਾਪ ਤੋਂ ਪਹਿਲੇ ਨਹੀਂ ਸਹੀ ਖੇਡਦਾ। ਡੀਜ਼ਲ ਗੱਡੀ ਹੈ। ਅੱਜ ਮੈਨੂੰ ਪਤਾ ਲੱਗ ਜਾਂਦਾ ਸਟਾਪ ਹੋ ਗਿਆ, ਹੁਣ ਇਹਨੇ ਯਾਨੀ ਖੂਨਖਾਰ ਬੰਦਾ ਨਹੀਂ ਜਿੱਦਾਂ ਬਣ ਜਾਂਦਾ, ਉਹ ਫਿਰ ਖੇਡਦਾ ਹੈ ਪੂਰੀ 4ਵੇਂ ਕੋਨੇ ਆਪਣੇ ਨਜ਼ਰ। ਵੇਖੋ ਚੋਰ ਕੋਈ ਵੀ ਆ, ਪਹਿਲੀ ਵਾਰੀ ਚੋਰੀ ਕਰਨ ਲੱਗਾ ਨਹੀਂ ਫਸਦਾ, ਉਹ ਦੂਸਰੀ ਵਾਰੀ ਕਿਉਂ ਫਸਦਾ? ਉਹਨੂੰ ਇਹ ਹੁੰਦਾ ਕਿ ਪਹਿਲੀ ਵਾਰੀ ਚੋਰੀ ਉਹਨੇ ਕਰਨੀ ਪੂਰੇ ਧਿਆਨ ਨਾਲ 4ਵੇਂ ਪਾਸੇ ਵੇਖ ਕੇ, ਦੂਸਰੀ ਵਾਰੀ ਉਹਨੇ ਉਹ ਚੋਰੀ ਕਰਨੀ, ਉਹਨੇ ਕਹਿਣਾ ਉਹੋ ਹੀ ਚੋਰੀ ਜਿਹੜੀ ਮੈਂ ਅੱਗੇ ਕੀਤੀ ਆ, ਉਹਨੇ ਇੱਕ ਪਾਸਾ ਰਹਿਣ ਦੇਣਾ, ਉਹਨੇ ਫਸ ਜਾਣਾ। ਇੱਕ ਪਾਸਾ ਹੀ ਰਹਿ ਗਿਆ ਜਦੋਂ ਰੇਡ ਪਾਉਣ ਗਿਆ, ਇੱਕ ਪਾਸਾ ਹੀ ਰਹਿ ਗਿਆ ਨਾ ਬੰਦੇ ਦਾ,
ਤਾਂ ਬੰਦਾ ਫਸ ਗਿਆ। ਨਾਜ਼ਰੀਨ ਉਮੀਦ ਕਰਦੇ ਹਾਂ ਕਿ ਅਸੀਂ ਸਾਰੀਆਂ ਗੱਲਾਂ ਪੁੱਛ ਲਈਆਂ ਹੋਸਨ। ਅਗਰ ਕੋਈ ਗੱਲ ਰਹਿ ਗਈ ਹੈ ਤਾਂ ਕਮੈਂਟ ਜ਼ਰੂਰ ਲਿਖਣਾ। ਬਹੁਤ ਮਜ਼ਾ ਆਇਆ ਇਹਨਾਂ ਦੇ ਚੱਕ ਆ ਕੇ, ਬੱਚੇ ਦੇਖ ਰਹੇ ਆ, ਨੌਜਵਾਨ ਟ੍ਰੇਨਿੰਗ ਕਰ ਰਹੇ, ਔਰ ਇਹ ਉਹ ਜਿਹੜੇ ਅਸਾਸਨ ਪਾਕਿਸਤਾਨ ਦੇ ਜਿਹੜੇ ਬੱਚਿਆਂ ਨੂੰ ਮਨਸ਼ਿਆਤ ਔਰ ਬੁਰੇ ਫੇਲ ਦੀ ਤਰਫ ਜਿਹੜੇ ਜਾ ਰਹੇ ਬੱਚੇ ਨੇ, ਉਹਨਾਂ ਦਾ ਰੁਝਾਨ ਕਬੱਡੀ ਔਰ ਖੇਲਾਂ ਦੀ ਤਰਫ ਕਰ ਰਹੇ ਨੇ। ਔਰ ਇਸ ਤਰ੍ਹਾਂ ਦੇ ਇਨਸਾਨਾਂ ਨੂੰ ਹੁਕੂਮਤ ਪਾਕਿਸਤਾਨ ਨੂੰ ਜਿਹੜਾ ਨਿਗਰਾਨੀ ਚ ਲੈਣਾ ਚਾਹੀਦਾ ਔਰ ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਦੁਆ ਯਾਦ ਰੱਖੇ, ਦੁਬਾਰਾ ਕਿਸੇ ਵੀਡੀਓ ਦੁਬਾਰਾ ਮਿਲਦੇ हैं। अल्लाह हाफिज़, अल्लाह निगहबान, पाकिस्तान जिंदाबाद।